ਸ਼ਮਾਦਾਨ। ਰੇਡੀਓ ਪੰਜਾਬ ਟੁਡੇ ਸੁਣਨ ਵਾਲੇ तमाम ਸਰੋਤਿਆਂ ਨੂੰ ਮੇਰੇ ਵੱਲੋਂ ਯਾਨੀ ਕਿ ਸਵਰਨ ਸਿੰਘ ਦਾਨੇਵਾਲੀਆ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਖੁਸ਼ਾਮਦੀਦ। ਅੱਜ ਦਿਨ ਹੈ ਜੀ ਬੁੱਧਵਾਰ, ਤਰੀਕ ਹੈ 22 ਅਪ੍ਰੈਲ, ਸ਼ਾਮ ਦੇ 5:30 ਹੋਏ ਨੇ। ਤੁਸੀਂ ਇਸ ਵਕਤ ਰੇਡੀਓ ਪੰਜਾਬ ਟੁਡੇ ਦੇ ਬਠਿੰਡਾ ਸਟੂਡੀਓ ਤੋਂ ਪ੍ਰੋਗਰਾਮ ਸ਼ਮਾਦਾਨ ਲਾਈਵ ਸੁਣ ਰਹੇ ਹੋ। ਇਹ ਪ੍ਰੋਗਰਾਮ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਸ਼ਾਮ ਨੂੰ 5:30 ਵਜੇ ਪ੍ਰਸਾਰਿਤ ਕੀਤਾ ਜਾਂਦਾ ਜੀ। ਐਤਵਾਰ, ਸ਼ਨੀਚਰਵਾਰ ਅਤੇ ਐਤਵਾਰ ਫਿਲਹਾਲ ਛੁੱਟੀ ਕਰ ਦਿੱਤੀ ਗਈ ਹੈ। ਸਮਾਂ ਉਹਦੇ ਉੱਤੇ ਜਦੋਂ ਸਟਾਫ ਦਾ ਆਉਣਾ ਜਾਣਾ ਹੋ ਜਾਏਗਾ ਜੀ, ਉਦੋਂ ਇਸ ਪ੍ਰੋਗਰਾਮ ਨੂੰ ਸੈਚਰਡੇ ਅਤੇ ਸੰਡੇ ਵੀ ਤੁਹਾਡੇ ਤੱਕ ਪਹੁੰਚਾਵਾਂਗੇ। ਸੋ ਅੱਜ ਦਾ ਇਹ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਾਇਆ ਜੀ ਪਿੰਡ ਭੈਣੀ ਵੜਿੰਗਾ, ਜ਼ਿਲ੍ਹਾ ਲੁਧਿਆਣਾ ਦੇ ਸਾਡੇ ਸਤਿਕਾਰਤ ਲਿਸਨਰਸ ਵੱਲੋਂ ਅਤੇ ਜਗਜੀਤ ਸਿੰਘ ਲੰਡਨ ਕੈਨੇਡਾ ਵੱਲੋਂ। ਸੋ ਆਗਾਜ਼ ਕਰਦੇ ਹਾਂ ਜੀ ਅੱਜ ਦੀਆਂ ਅਹਿਮ ਖਬਰਾਂ ਤੋਂ। ਕਰਦੇ ਹਨ ਤੇ ਪੰਜਾਬ ਸਰਕਾਰ ਵੱਲੋਂ ਸਿਹਤ ਮਹਿਕਮੇ ਦੀ ਟੀਮਾਂ ਨੂੰ ਮੰਡੀਆਂ ਦੇ ਵਿੱਚ ਚੈਕਿੰਗ ਦੇ ਲਈ ਲਾ ਦਿੱਤਾ ਹੈ। ਕੋਵਿਡ-19 ਦੇ ਮੱਦੇਨਜ਼ਰ ਥਰਮਲ ਸਕੈਨਿੰਗ ਕੀਤੀ ਜਾ ਰਹੀ ਹੈ। ਇਸ ਜਾਂਚ 'ਚ ਆੜ੍ਹਤੀਆਂ, ਲੇਬਰ ਤੇ ਕਿਸਾਨਾਂ ਨੂੰ ਸ਼ਾਮਲ ਕੀਤਾ ਹੈ। ਉਹਨਾਂ ਨੂੰ ਸਮਾਜਿਕ ਦੂਰੀ ਬਣਾਏ ਰੱਖਣ ਦੀ ਵੀ ਅਪੀਲ ਕੀਤੀ ਹੈ। ਪੰਜਾਬ ਪਬਲਿਕ ਸਰਵਿਸ ਕਮਿਸ਼ਨ ਪਟਿਆਲਾ ਵੱਲੋਂ ਕੋਰੋਨਾ ਵਾਇਰਸ ਦੇ ਚੱਲਦਿਆਂ ਪ੍ਰਿੰਸੀਪਲਾਂ, ਹੈੱਡਮਾਸਟਰ ਤੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰਾਂ ਸਮੇਤ ਹੋਰਨਾਂ ਅਸਾਮੀਆਂ ਲਈ ਅਪਲਾਈ ਕਰਨ ਦੀ ਆਖਰੀ ਮਿਤੀ ਵਿੱਚ 1 ਜੂਨ ਤੱਕ ਵਾਧਾ ਕੀਤਾ ਗਿਆ। ਹੁਸ਼ਿਆਰਪੁਰ ਦੇ ਸਿਵਲ ਸਰਜਨ ਜਸਵੀਰ ਸਿੰਘ ਨੇ ਮੈਡੀਕਲ ਬੁਲੇਟਿਨ ਜਾਰੀ ਕਰਦਿਆਂ ਹੋਏ ਕਿਹਾ ਕਿ ਹੁਣ ਤੱਕ ਸਿਰਫ 2 ਪੋਜ਼ੀਟਿਵ ਮਰੀਜ਼ ਸਿਵਲ ਹਸਪਤਾਲ ਦੀ ਆਈਸੋਲੇਸ਼ਨ ਵਾਰਡ 'ਚ ਦਾਖਲ ਹੋਏ ਨੇ। ਜ਼ਿਲ੍ਹੇ ਵਿੱਚ ਹੁਣ ਤੱਕ 332 ਸੈਂਪਲ ਇਕੱਤਰ ਕੀਤੇ, ਜਿਨ੍ਹਾਂ 'ਚੋਂ 310 ਦੀ ਰਿਪੋਰਟ ਪ੍ਰਾਪਤ ਹੋਈ। 11 ਸੈਂਪਲਾਂ ਦੀ ਰਿਪੋਰਟ ਆਉਣੀ ਬਾਕੀ ਆ। 11 ਸੈਂਪਲ ਇਨਵੈਲਿਡ ਨੇ। ਉਹ ਸਿਹਤ ਵਿਭਾਗ ਦੀ ਸਲਾਹ ਅਨੁਸਾਰ ਲੋਕਾਂ ਦੇ ਘਰ ਵਿੱਚ ਰਹਿਣ ਅਤੇ ਬਾਹਰ ਨਿਕਲਣ ਸਮੇਂ ਮਾਸਕ ਦੀ ਵਰਤੋਂ ਨੂੰ ਜ਼ਰੂਰੀ ਕਰਦੇ ਹੋਏ ਸਮਾਜਿਕ ਦੂਰੀ ਬਰਕਰਾਰ ਰੱਖਣ ਦੀ ਸਲਾਹ ਦੇ ਰਹੇ। ਹਾਟਸਪਾਟ ਇਲਾਕੇ ਵਿੱਚ ਜਾਣੇ ਜਾਂਦੇ ਚੌਂਕੀ ਮਾਨ ਦੇ ਲੋਕਾਂ ਨੇ ਅੱਜ ਉਸ ਸਮੇਂ ਸੁੱਖ ਦਾ ਸਾਹ ਲਿਆ ਜਦੋਂ ਕਰੋਨਾ ਦੇ ਪੋਜ਼ੀਟਿਵ ਅਲੀ ਹੁਸੈਨ ਦੀ ਰਿਪੋਰਟ ਨੈਗੇਟਿਵ ਆ ਗਈ ਹੈ। ਆਪਸੀ ਤਾਲਮੇਲ ਦੀ ਕਮੀ ਦੇ ਚਲਦਿਆਂ ਪੰਜਾਬ ਦੇ ਬਠਿੰਡਾ ਤੋਂ ਭੇਜੇ ਗਏ ਜੰਮੂ ਕਸ਼ਮੀਰ ਦੇ ਨਾਗਰਿਕਾਂ ਨੂੰ ਅੱਧ ਵਟਿਓਂ ਹੀ ਵਾਪਸ ਆਉਣਾ ਪਿਆ। ਅੱਜ ਸਵੇਰੇ 4 ਬੱਸਾਂ ਕੋਈ 90 ਜੰਮੂ ਕਸ਼ਮੀਰੀ ਨਾਗਰਿਕਾਂ ਨੂੰ ਲੈ ਕੇ ਕਸ਼ਮੀਰ ਵੱਲ ਰਵਾਨਾ ਹੋਈਆਂ ਤਾਂ ਇਹਨਾਂ ਨੂੰ ਰਾਹ ਦੇ ਵਿੱਚੋਂ ਹੀ ਮੋੜ ਲਿਆਂਦਾ ਗਿਆ। ਦੱਸਿਆ ਜਾ ਰਿਹਾ ਕਿ ਇਹਨਾਂ ਦੇ ਵਿੱਚ ਕੁਝ ਵਿਦਿਆਰਥੀ, ਔਰਤਾਂ ਅਤੇ ਮਜ਼ਦੂਰ ਸ਼ਾਮਿਲ ਸਨ। ਇਹਨਾਂ ਸਾਰਿਆਂ ਨੂੰ ਗੱਡੀਆਂ ਰਾਹੀਂ ਲਖਨਪੁਰ ਤਾਰਿਆ ਜਾਣਾ ਸੀ, ਪਰ ਅਜੇ ਬੱਸਾਂ ਤਰਨਤਾਰਨ ਦੇ ਸਰਹਾਲੀ ਪੁੱਜੀਆਂ ਸਨ ਕਿ ਇਹਨਾਂ ਨੂੰ ਵਾਪਸ ਬੁਲਾਉਣਾ ਪੈ ਗਿਆ। ਇਹ ਵੀ ਪਤਾ ਚੱਲਿਆ ਕਿ ਇਹਨਾਂ ਦੇ ਵਿੱਚ ਸਿਰਫ ਕਸ਼ਮੀਰ ਸਰਕਾਰ ਨੇ ਵਿਦਿਆਰਥੀਆਂ ਨੂੰ ਵਾਪਸ ਭੇਜੇ ਜਾਣ ਦੀ ਗੱਲ ਕਹੀ ਸੀ, ਪਰ ਬਠਿੰਡਾ ਪ੍ਰਸ਼ਾਸਨ ਵੱਲੋਂ ਮਜ਼ਦੂਰਾਂ ਨੂੰ ਸ਼ਾਮਲ ਕੀਤੇ ਜਾਣ ਤੋਂ ਬਾਅਦ ਇਹ ਫੈਸਲਾ ਕਸ਼ਮੀਰ ਦੀ ਗੌਰਮੈਂਟ ਵੱਲੋਂ ਚੁੱਕਣਾ ਪਿਆ। ਤੇ ਜੀਰਕਪੁਰ ਦੇ ਪਟਿਆਲਾ ਸੜਕ ਤੇ ਇੱਕ ਸ਼ਰਾਬ ਦੇ ਠੇਕੇ ਦੇ ਤਾਲੇ ਤੋੜ ਕੇ ਸ਼ਰਾਬ ਚੋਰੀ ਹੋਣ ਦੀ ਖਬਰ ਹੈ। ਤੇ ਉੱਥੇ ਹੀ ਖੰਨਾ ਪੁਲਿਸ ਨੇ ਇੱਕ ਅਜਿਹੀ ਸ਼ਰਾਬ ਫੈਕਟਰੀ ਫੜੀ ਹੈ ਜਿਹੜੀ ਨਜਾਇਜ਼ ਸ਼ਰਾਬ ਬਣਾ ਰਹੀ ਸੀ। ਇਹ ਪਲਾਂਟ ਬਾਹੋ ਮਾਜਰਾ ਵਿਖੇ ਨਜਾਇਜ਼ ਰੂਪ ਵਿੱਚ ਚਲਾਇਆ ਜਾ ਰਿਹਾ ਦੱਸਿਆ ਜਾ ਰਿਹਾ। ਕੋਰੋਨਾ ਵਾਇਰਸ ਦੀ ਮਾਰ ਅੰਦਰ ਮੁਲਕ ਅੰਦਰ ਠੱਪ ਹੋਈ ਹਵਾਈ ਸੇਵਾ ਕਾਰਨ ਭਾਰਤ ਅਤੇ ਖਾਸ ਕਰਕੇ ਪੰਜਾਬ ਵਿੱਚ ਫਸੇ ਸ਼੍ਰੀਲੰਕਾ ਤੋਂ ਵਿੱਦਿਆ ਪ੍ਰਾਪਤ ਕਰਨ ਆਏ ਵਿਦਿਆਰਥੀਆਂ ਦੀ ਵਤਨ ਵਾਪਸੀ ਲਈ ਸ਼੍ਰੀਲੰਕਾ ਹਵਾਈ ਕੰਪਨੀ ਦੀ ਇੱਕ ਉਡਾਨ ਭਲਕੇ 23 ਅਪ੍ਰੈਲ ਨੂੰ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾ ਸੰਸੀ ਤੋਂ ਕੋਲੰਬੋ ਲਈ 101 ਵਿਦਿਆਰਥੀਆਂ ਨੂੰ ਲੈ ਕੇ ਆਪਣੀ ਮੰਜ਼ਿਲ ਵੱਲ ਰਵਾਨਾ ਹੋਏਗੀ। ਇਸ ਤੋਂ ਇਲਾਵਾ ਸ਼੍ਰੀਲੰਕਾ ਦੇ ਹੀ 433 ਵਿਦਿਆਰਥੀ ਜੋ ਕੋਇੰਬਟੂਰ, ਤਾਮਿਲਨਾਡੂ, ਲਾਹੌਰ, ਕਰਾਚੀ ਅਤੇ ਕਾਠਮਾਂਡੂ ਆਦਿ ਵਿਖੇ ਵਿੱਦਿਆ ਪ੍ਰਾਪਤ ਕਰ ਰਹੇ ਨੇ, ਉਹ ਵਿਦਿਆਰਥੀ ਇਸੇ ਹੀ ਹਵਾਈ ਕੰਪਨੀ ਦੀਆਂ ਵੱਖ-ਵੱਖ ਉਡਾਨਾਂ ਰਾਹੀਂ ਘਰੇ ਪਹੁੰਚਣਗੇ। ਤੇ ਉੱਥੇ ਹੀ ਪੰਜਾਬ ਵਿੱਚ ਫਸੇ ਕੈਨੇਡਾ ਵਾਸੀਆਂ ਦੀ ਵਾਪਸੀ ਲਈ ਕਤਰ ਹਵਾਈ ਕੰਪਨੀ ਵੱਲੋਂ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾ ਸਾਂਸੀ ਤੋਂ ਵਿਦੇਸ਼ ਉਡਾਨਾਂ ਚਲਾਉਣ ਦਾ ਪ੍ਰੋਗਰਾਮ ਉਲੀਕਿਆ ਗਿਆ। ਜੋ ਜਾਣਕਾਰੀ ਪ੍ਰਾਪਤ ਹੋਈ ਹੈ, ਕੈਨੇਡੀਅਨ ਹਾਈ ਕਮਿਸ਼ਨ ਨੇ ਆਪਣੇ ਨਾਗਰਿਕਾਂ ਦੀ ਵਾਪਸੀ ਲਈ ਏਅਰ ਇੰਡੀਆ ਨਾਲ ਕੀਤੇ ਸਮਝੌਤੇ ਨੂੰ ਤੋੜਦੇ ਹੋਏ ਹੁਣ ਕਤਰ ਹਵਾਈ ਕੰਪਨੀ ਨਾਲ ਗੰਢ ਤੁੱਪ ਕਰ ਲਈ ਹੈ। ਇਸੇ ਲੜੀ ਤਹਿਤ ਅੱਜ ਤੜਕਸਾਰ ਉੱਡੀ ਇੱਕ ਉਡਾਨ ਜੋ ਦੋਹਾ ਤੋਂ ਹੁੰਦੀ ਹੋਈ ਮਾਂਟਰੀਅਲ ਲਈ ਰਵਾਨਾ ਹੋਈ। ਇਸ ਤੋਂ ਇਲਾਵਾ 24 ਅਪ੍ਰੈਲ ਨੂੰ ਤੜਕਸਾਰ
ਕੋਈ 254 ਯਾਤਰੂ ਲੈ ਕੇ ਆਪਣੀ ਮੰਜ਼ਿਲ ਵਾਲੀ ਸਮਾਂ ਸਾਰਣੀ ਅਨੁਸਾਰ ਰਵਾਨਾ ਹੋਏਗੀ। ਹਵਾਈ ਅੱਡੇ ਵਿਖੇ ਤੈਨਾਤ ਕਤਰ ਕੰਪਨੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਅੰਮ੍ਰਿਤਸਰ ਦੇ ਇਸ ਹਵਾਈ ਅੱਡੇ ਤੋਂ ਇਲਾਵਾ ਕਤਰ ਦੀ ਇੱਕ ਉਡਾਨ 25 ਅਪ੍ਰੈਲ ਨੂੰ ਅਹਿਮਦਾਬਾਦ ਤੋਂ ਵੀ ਚੱਲੇਗੀ। ਖਟਕੜ ਕਲਾਂ ਵਿਖੇ ਸ਼ਹੀਦ ਭਗਤ ਸਿੰਘ ਜੀ ਦੇ ਸਮਾਰਕ ਤੇ ਡਿਪਟੀ ਕਮਿਸ਼ਨਰ ਬਿਨੇ ਬਬਲਾਨੀ ਅਤੇ ਜ਼ਿਲ੍ਹਾ ਪੁਲਿਸ ਮੁਖੀ ਅਲਕਾ ਮੀਨਾ ਅਤੇ ਸਮੁੱਚੇ ਪ੍ਰਸ਼ਾਸਨ ਵੱਲੋਂ ਜ਼ਿਲ੍ਹੇ ਵਿੱਚ ਕਰੋਨਾ ਵਾਇਰਸ ਦੇ 18 ਮਰੀਜ਼ ਸਿਹਤ ਯਾਫਤਾ ਹੋਣ ਉਪਰੰਤ ਸ਼ਹੀਦਾਂ ਨੂੰ ਸਿਜਦਾ ਕੀਤਾ। ਸਮਾਰਕ ਤੇ ਫੁੱਲ ਮਲਾਵਾਂ ਭੇਂਟ ਕੀਤੀਆਂ ਗਈਆਂ। ਇਸ ਮੌਕੇ ਗੌਤਮ ਜੈਨ, ਐਸਡੀਐਮ ਬੰਗਾ, ਸਤਵੀਰ ਸਿੰਘ ਪੱਲੀ ਹੋਰਾਂ ਤੋਂ ਇਲਾਵਾ ਉੱਥੇ ਡਿਪਟੀ ਕਮਿਸ਼ਨਰ ਬੇਬੇ ਬੁਲਾਨੀ ਵੀ ਪੁੱਜੇ। ਉਹਨਾਂ ਨੇ ਆਖਿਆ ਸ਼ਹੀਦ ਭਗਤ ਸਿੰਘ ਨਗਰ ਦੇ ਪਠਲਾਵਾਂ 'ਚ ਕਰੋਨਾ ਵਾਇਰਸ ਦੇ 18 ਮਰੀਜ਼ਾਂ ਦੇ ਮੁੜ ਨੈਗੇਟਿਵ ਪਾਏ ਗਏ ਨੇ। ਹੁਣ ਇਹ ਸਭ ਲੋਕ ਸਿਹਤ ਯਾਫਤਾ ਨੇ। ਲੋਕਾਂ ਦੇ ਸਹਿਯੋਗ ਨਾਲ ਹੀ ਇਹ ਸੰਭਵ ਹੋ ਸਕਿਆ। ਉਹਨਾਂ ਆਖਿਆ ਕਿ ਅੱਜ 18ਵਾਂ ਕਰੋਨਾ ਵਾਇਰਸ ਮਰੀਜ਼ ਵੀ ਸਿਹਤ ਯਾਫਤਾ ਹੋ ਕੇ ਘਰ ਵਾਪਸ ਪਰਤਿਆ ਹੈ। ਤੇ ਹੁਣ ਸਰਦਾਰ ਬਖਤੌਰ ਸਿੰਘ ਢਿੱਲੋਂ ਹੋਰਾਂ ਦੇ ਨਾਲ ਖਬਰਾਂ ਤੇ ਚਰਚਾ ਨੂੰ ਅੱਗੇ ਵਧਾਉਣੇ ਆ। ਢਿੱਲੋਂ ਸਾਹਿਬ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਢਿੱਲੋਂ ਸਾਹਿਬ, ਪੰਜਾਬ ਸਰਕਾਰ ਨੇ ਵਿਭਾਗੀ ਬਜਟ ਦੇ ਵਿੱਚ ਬਹੁਤ ਵੱਡੀ ਕਟੌਤੀ ਕੀਤੀ ਹੈ। ਇਹ ਕਿੰਨੇ ਕਰੋੜ ਦੀ ਕਟੌਤੀ ਹੋਏਗੀ? ਕਿਸ ਤਰ੍ਹਾਂ ਦੀਆਂ ਕਟੌਤੀਆਂ ਹੋਣਗੀਆਂ? ਇਹ ਕਟੌਤੀ ਜਿਹੜੀ ਕੀਤੀ ਹੈ ਜੀ, ਇਹ ਕੀਤੀ ਹੈ ਜੂਨ ਮਹੀਨੇ ਤੱਕ, ਜੀ ਸਮਝ ਲਓ ਮਈ ਦੇ ਐਂਡ ਤੱਕ ਜੀ, ਤੇ 1625 ਕਰੋੜ ਰੁਪਏ ਦੀ ਕਟੌਤੀ ਕੀਤੀ ਹੈ ਜੀ। ਜ਼ਿਆਦਾਤਰ ਕਟੌਤੀ ਜਿਹੜੀ ਹੈਗੀ ਇਹਦੇ 'ਚ ਉਹ ਤੇਲ ਪਾਣੀ ਦਾ ਜਿਹੜਾ ਖਰਚਾ ਆਉਂਦਾ ਹੈ ਜੀ, ਉਹਦੇ ਤੇ ਲਈ ਹੈ। ਲੇਕਿਨ ਸਿਹਤ, ਡਾਕਟਰੀ ਸਿੱਖਿਆ, ਜੀ, ਪੁਲਿਸ, ਅਨਾਜ ਤੇ ਖੇਤੀਬਾੜੀ ਵਿਭਾਗ ਹੈ ਜਿਹੜਾ ਉਹ ਇਸ ਕਟੌਤੀ ਤੋਂ ਬਾਹਰ ਹੈ। ਜੀ, ਕਿਉਂਕਿ ਸਿਹਤ ਬਾਰੇ ਆਪਾਂ ਨੂੰ ਪਤਾ ਹੈ ਕਿ ਜਿਹੜੇ ਯੋਧੇ ਫਰੰਟ ਤੇ ਲੜ ਰਹੇ ਹੈ, ਜੀ, ਉਹਨਾਂ ਦਾ ਤੁਸੀਂ ਤੇਲ ਪਾਣੀ ਘੱਟ ਕਰੋਗੇ ਤਾਂ ਲੜਾਈ ਕਿਵੇਂ ਲੜਨਗੇ? ਡਾਕਟਰੀ ਸਿੱਖਿਆ ਇਸ ਵੇਲੇ ਬਹੁਤ ਵੱਡਾ ਏਜੰਡਾ ਹੈ। ਡਾਕਟਰਾਂ ਦੀ ਬੜੀ ਵੱਡੀ ਲੋੜ ਹੈ। ਬਿਲਕੁਲ ਹੈ। ਸਾਨੂੰ ਪਤਾ ਉਦੋਂ ਲੱਗਦਾ ਜਦੋਂ ਸਿਰ 'ਚ ਡਾਂਗ ਪੈਂਦੀ ਹੈ, ਉਹ ਤੋਂ ਪਹਿਲਾਂ ਅਸੀਂ ਦੇਖਦੇ ਨਹੀਂ। ਇਸ ਕਰਕੇ ਇਸ ਮੁਕਾਮ ਤੇ ਕੋਈ ਉੱਥੇ ਵੀ ਨਹੀਂ ਕੱਟ ਲਈ ਜਾ ਸਕਦੀ। ਜੀ, ਪੁਲਿਸ ਤੋਂ ਬਗੈਰ ਕਿਸੇ ਵੀ ਪੋਲੀਟੀਕਲ ਪਾਰਟੀ ਦਾ, ਕਿਸੇ ਵੀ ਸਰਕਾਰ ਦਾ ਸਰਦਾ ਹੀ ਨਹੀਂ। ਤੇ ਹੁਣ ਤਾਂ ਜੇ ਆਪਾਂ ਦੇਖੀਏ ਪੁਲਿਸ ਤੋਂ ਕੰਮ ਜ਼ਿਆਦਾ ਹੀ ਲਿਆ ਜਾ ਰਿਹਾ, ਜ਼ਰੂਰਤ ਤੋਂ ਜ਼ਿਆਦਾ ਲੈ ਰਿਹਾ। ਉਹਨਾਂ ਨੂੰ ਲੰਗਰ ਪਾਣੀ ਤਕਸੀਮ ਕਰਨ ਤੇ ਵੀ ਲਾਇਆ ਹੋਇਆ, ਪ੍ਰਬੰਧ ਵੀ ਉਹਨਾਂ ਨੇ ਆਪ ਹੀ ਕਰਨਾ। ਇਹ ਨਹੀਂ ਕਿ ਪੈਸੇ ਦੇ ਕੇ ਕਿਹਾ ਲਓ ਜੀ ਤੁਸੀਂ ਵੰਡ ਆਓ। ਹਾਂਜੀ, ਮੰਗ ਤੰਗ ਵੀ ਉਹਨਾਂ ਨੇ ਕਰਨਾ, ਬਗਾਰਾਂ ਵੀ ਉਹਨਾਂ ਨੇ ਪਾਉਣੀਆਂ, ਚਾਹੇ ਉਹ ਧਾਰਮਿਕ ਸਥਾਨਾਂ ਨੂੰ ਪਾਉਣ, ਚਾਹੇ ਉਹ ਸੰਸਥਾਵਾਂ ਨੂੰ ਪਾਉਣ, ਚਾਹੇ ਉਹ ਕਿਸੇ ਖਾਂਦੇ ਪੀਂਦੇ ਲੋਕਾਂ ਤੋਂ ਕੁਛ ਨਾ ਕੁਛ ਲੈਣ। ਤੇ ਇਹਦੇ ਨਾਲ ਹੀ ਦਾਣਾ ਮੰਡੀਆਂ ਦੇ ਵਿੱਚੋਂ ਠੀਕ ਤਰੀਕੇ ਦੇ ਨਾਲ ਜਿਹੜੀ ਹੈ ਲਿਫਟਿੰਗ ਕਰਾਉਣੀ ਹੈ। ਇਹਦੇ ਵਿੱਚ ਵੀ ਪੁਲਿਸ ਦੀ ਜ਼ਿੰਮੇਵਾਰੀ ਲਾਈ ਗਈ ਹੈ ਜੀ। ਔਰ ਖੇਤੀਬਾੜੀ ਤਾਂ ਆਪਾਂ ਨੂੰ ਪਤਾ ਹੀ ਹੈ ਕਿ ਪੰਜਾਬ ਦਾ ਤਾਂ ਅਰਥਚਾਰਾ ਖੜਾ ਹੀ ਸਾਰਾ ਖੇਤੀਬਾੜੀ ਤੇ ਜੀ। ਇਸ ਕਰਕੇ ਖੇਤੀਬਾੜੀ ਵਿਭਾਗ ਦੇ ਵਿੱਚ ਵੀ ਕਿਸੇ ਕਿਸਮ ਦੀ ਜਿਹੜੀ ਹੈ ਉਹ ਲਾਈ ਜਾ ਨਹੀਂ ਸਕਦੀ। ਸੋ ਅਗਲੀ ਗੱਲ ਇਹ ਕੀਤੀ ਹੈ ਕਿ ਇਹ ਹੈ ਜੀ ਮਈ ਦੇ ਐਂਡ ਤੱਕ। ਜੀ, ਜੂਨ ਦੇ ਵਿੱਚ ਦੁਬਾਰਾ ਫਿਰ ਇਹਦੇ ਤੇ ਵਿਚਾਰ ਵਟਾਂਦਰਾ ਕੀਤਾ ਜਾਊਗਾ ਕਿ ਅਸੀਂ ਕੀ ਕਰੀਏ। ਇਹਦੇ ਨਾਲ ਜਿਹੜੀ ਦਾਨੇਵਾਲੀਆ ਸਾਹਿਬ ਕੱਲ ਕੈਬਨਿਟ ਬਾਰੇ ਜਿਹੜੀ ਸਬ ਕਮੇਟੀ ਹੈ ਉਹਦੀ ਮੀਟਿੰਗ ਦੇ ਵਿੱਚ ਫੈਸਲੇ ਲਏ ਗਏ ਹੈ, ਜਿਹਦੀ ਪ੍ਰਧਾਨਗੀ ਕੀਤੀ ਹੈ ਕੈਪਟਨ ਅਮਰਿੰਦਰ ਸਿੰਘ ਨੇ। ਕਿਉਂਕਿ ਜੀ ਇਸ ਵੇਲੇ ਜਿਹੜਾ ਮਾਲੀ ਸੰਕਟ ਬਹੁਤ ਵੱਡਾ ਪਿਆ, ਔਰ ਉਸ ਮਾਲੀ ਸੰਕਟ ਨੂੰ ਮੱਦੇ ਨਜ਼ਰ ਰੱਖਦਿਆਂ ਜਿਹੜਾ ਮਨਪ੍ਰੀਤ ਬਾਦਲ ਨੇ ਤੇ ਉਹਦੇ ਸਾਥੀਆਂ ਨੇ ਰਿਪੋਰਟ ਪੇਸ਼ ਕੀਤੀ, ਜੀ, ਫਿਰ ਇੱਕ ਫੈਸਲਾ ਇਹ ਹੋਇਆ ਕਿ ਕੇਂਦਰ ਸਰਕਾਰ ਨੂੰ ਚਿੱਠੀ ਲਿਖੀ ਜਾਵੇ ਜੀ ਕਿ ਜੀ ਘੱਟੋ ਘੱਟ ਸਾਨੂੰ ਕੁਛ ਨਾ ਕੁਛ ਮੁਆਵਜ਼ਾ ਦਿੱਤਾ ਜਾਵੇ। ਜੀ, ਕਿਉਂਕਿ ਮਾਰਚ ਹੋ ਗਿਆ, ਅਪ੍ਰੈਲ ਦਾ ਮਹੀਨਾ ਹੋ ਗਿਆ, ਮਈ ਅੱਗੇ ਆ ਗਈ। ਅਪ੍ਰੈਲ ਦੇ ਮਹੀਨੇ ਦੇ ਵਿੱਚ ਪੰਜਾਬ ਸਰਕਾਰ ਕੋਲੇ ਇੱਕ ਆਨੇ ਦੀ ਕਮਾਈ ਤੇ ਖਰਚਾ ਹੀ ਖਰਚਾ ਹੈ ਜੀ। ਇਸ ਲਈ 3000 ਕਰੋੜ ਰੁਪਈਆ ਅੰਤਰਮ ਮੁਆਵਜ਼ੇ ਵਜੋਂ ਮੰਗਿਆ ਗਿਆ ਹੈ, ਜਿਹੜਾ ਇੰਟਰਮ ਕਹਿ ਦਿੰਦੇ ਆਪਾਂ ਕਿ ਜੀ 3 ਕਰੋੜ ਰੁਪਈਆ 3000 ਕਰੋੜ ਰੁਪਈਆ ਸਾਨੂੰ ਘੱਟੋ ਘੱਟ ਦਿਓ। ਔਰ ਇਹਦੇ ਨਾਲ ਹੀ ਮੇਰਾ ਖਿਆਲ 4400 ਕਰੋੜ ਰੁਪਈਆ ਆਪਣਾ GST ਦਾ ਬਕਾਇਆ ਪਿਆ। ਉਹ ਵੀ ਮੰਗ ਕੀਤੀ ਹੈ ਕਿ GST ਵੀ ਦਿਓ ਸਾਨੂੰ, ਅਸੀਂ ਤਨਖਾਹਾਂ ਦੇਣੀਆਂ ਮੁਲਾਜ਼ਮਾਂ ਨੂੰ, ਕਰੀਏ ਕੀ। ਤੇ ਵੱਡੀ ਗੱਲ ਜਿਹੜੀ ਹੈਗੀ ਹੈ ਇਹਦੇ ਤੇ ਵਿਵਾਦ ਵੀ ਖੜਾ ਹੋ ਗਿਆ ਬੜਾ। ਮੈਂ ਤਾਂ ਹੈਰਾਨ ਹਾਂ ਕਿ ਉਹ ਵਿਵਾਦ ਇਸ ਗੱਲ ਦੇ ਉੱਤੇ ਖੜਾ ਹੋਇਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਇਹ ਪ੍ਰਵਾਨਗੀ ਵੀ ਮੰਗ ਲਈ ਹੈ ਕਿ ਜੀ ਸਾਨੂੰ ਸ਼ਰਾਬ ਦੇ ਠੇਕੇ ਖੋਲ੍ਹਣ ਦੀ ਇਜਾਜ਼ਤ ਦਿੱਤੀ ਜਾਵੇ। ਹੁਣ ਇਹਦੇ ਤੇ ਆਮ ਆਦਮੀ ਪਾਰਟੀ ਦੀ ਬੀਬੀ ਸਰਬਜੀਤ ਕੌਰ ਮਾਣੂ ਕਿ ਉਹ ਕਹਿੰਦੀ ਜੀ ਇਹ ਕਿਹੜੀ ਗੱਲ ਹੈ ਤੁਹਾਡੀ, ਠੇਕਿਆਂ ਬਗੈਰ ਤਾਂ ਸਰ ਵੀ ਸਕਦਾ ਹੈ ਜੀ। ਖੈਰ ਹਰ ਔਰਤ ਇਹ ਚਾਹੁੰਦੀ ਹੈ ਕਿ ਠੇਕਾ ਨਾ ਖੁੱਲੇ। ਕਹਿੰਦੀ ਜੀ ਠੇਕਿਆਂ ਦੀ ਕੀ ਲੋੜ ਹੈ, ਤੁਸੀਂ ਕਹਿੰਦੀ ਜਿਹੜੀਆਂ ਕਿੱਟਾਂ ਵੰਡੀਆਂ ਲੋਕਾਂ ਨੂੰ ਉਹ ਲਿਸਟਾਂ ਜਾਰੀ ਕਰੋ ਜੀ।
ਤੇ ਨਾਲ ਅਗਲੀ ਗੱਲ ਕਹਿੰਦੀ ਹੈ, ਕਹਿੰਦੀ ਬੀਬੀ ਹਰਸਿਮਰਤ ਕੌਰ ਬਾਦਲ ਜਿਹੜੀ ਵਾਰ-ਵਾਰ ਇਹ ਦਾਅਵੇ ਕਰਦੀ ਹੈ ਕਿ ਕੇਂਦਰ ਨੇ 900 ਕਰੋੜ ਰੁਪਈਆ ਦਿੱਤਾ ਹੈ, ਜੀ ਉਹਦਾ ਹਿਸਾਬ ਕਿਤਾਬ ਵੀ ਪੇਸ਼ ਕਰ ਦਿਓ। ਲਓ ਜੀ, ਉਹ ਬੀਬੀ ਦੀ ਅਜੇ ਸਟੇਟਮੈਂਟ ਦੀ ਸਿਆਹੀ ਨਹੀਂ ਸੀ ਸੁੱਕੀ ਜੀ। ਤੇ ਫਿਰ ਮਹੇਸ਼ਿੰਦਰ ਸਿੰਘ ਗਰੇਵਾਲ, ਉਹ ਅਕਾਲੀ ਦਲ ਦੇ ਲੀਡਰ ਹੈ, ਹੂੰ ਉਹਨਾਂ ਨੇ ਕਹਿਤਾ, ਕਹਿੰਦੇ ਜੀ ਦਾਰੂ ਦੀ ਤਾਂ ਕੋਈ ਲੋੜ ਹੀ ਨਹੀਂ ਹੈ, ਜੀ। ਕੀ ਕਰਾਉਣਾ ਦਾਰੂ ਤੋਂ। ਦਾਰੂ ਤਾਂ ਕਹਿੰਦੇ ਵੀ ਤਾਂ ਪਿਆਉਣ ਵਾਸਤੇ ਠੇਕੇ ਖੋਲੇ ਜਾਂਦੇ ਕਿ ਲੋਕ ਹਿਸਾਬ ਕਿਤਾਬ ਨਾ ਮੰਗ ਲੈਣਗੇ। ਸਰਕਾਰ ਨੇ ਕੀਤਾ ਕਿ ਇਹ ਦਾਰੂ ਪੀ ਕੇ ਬੈਠੇ ਰਹਿਣ ਕਰਨਗੇ। ਪਰ ਵੈਸੇ ਗੱਲ ਉਹਨਾਂ ਨੇ ਕਰਤੀ। ਦੂਜੇ ਪਾਸੇ ਜੇ ਆਪਾਂ ਦੇਖੀਏ ਤਾਂ ਦਾਰੂ ਦੇ ਠੇਕੇ ਬੰਦ ਹੋਣ ਨਾਲ ਪੰਜਾਬ ਨੂੰ ਨੁਕਸਾਨ ਕਿੰਨਾ ਕੁ ਹੁੰਦਾ ਹੈ, ਇਹਦਾ ਅੰਦਾਜ਼ਾ ਤੁਸੀਂ ਇਸੇ ਗੱਲ ਤੋਂ ਲਾ ਸਕਦੇ ਹੋ ਕਿ ਪ੍ਰਤੀ ਮਹੀਨਾ ਹੀ ਹੈ ਮੇਰੇ ਖਿਆਲ ਮੁਤਾਬਕ, ਪ੍ਰਤੀ ਦਿਨ 17 ਕਰੋੜ ਰੁਪਏ ਦਾ ਜਿਹੜਾ ਨੁਕਸਾਨ ਹੋ ਰਿਹਾ, ਜਿਹੜਾ ਰੈਵਨਿਊ ਲਾਸ ਹੋ ਰਿਹਾ। 17 ਕਰੋੜ ਰੁਪਇਆ ਪ੍ਰਤੀ ਦਿਨ ਦਾ, ਤੇ ਮਹੀਨੇ ਦਾ ਲਾ ਲਓ 30 ਦਿਨ। ਸਾਹਿਬ ਮੈਨੂੰ ਇੱਕ ਚੀਜ਼ ਦੱਸੋ, ਤੁਸੀਂ ਗੱਲ ਤਾਂ ਕਹੀ ਜਾਂਦੇ, ਫਿਰ ਇਹ ਠੇਕਿਆਂ ਵਾਲੇ ਕਮਾ ਰਹੇ ਆ ਜਿਹੜੇ ਫਿਰ ਸਰਕਾਰ ਨੂੰ ਜਾ ਰਹੀ ਨੇ, ਤੇ ਗੱਡੀਆਂ ਜਿਵੇਂ ਆਪਾਂ ਵੇਖ ਰਹੇ ਹਾਂ ਕਿ ਪਿੰਡਾਂ 'ਚ ਜਾ ਰਹੀਆਂ ਨੇ ਠੇਕੇਦਾਰਾਂ। ਦੇਖੋ, ਤਾਂ 2 ਨੰਬਰ ਦੇ ਵਿੱਚ ਕੋਈ ਗੱਲ ਰੁਕਦੀ ਨਹੀਂ ਹੁੰਦੀ। ਠੇਕੇ ਤਾਂ ਫਿਰ ਵੀ ਆਪਾਂ ਕਹਿ ਸਕਦੇ ਹਾਂ ਕਿ ਚੱਲੀ ਜਾਂਦੇ, ਲਾਇਸੈਂਸਸ਼ੁਦਾ ਹੈ। ਤੇ ਜਿਹੜੀ ਭੁੱਕੀ ਵਿਕਦੀ ਹੈ, ਜਿਹੜਾ ਚਿੱਟਾ ਵਿਕਦਾ ਹੈ, ਜਿਹੜੀ ਕਾਮਨੀ ਵਿਕਦੀ ਹੈ, ਆਯੁਰਵੈਦਿਕ ਦਵਾਈਆਂ ਵਿਕਦੀਆਂ, ਟਰਾਮਾਡੋਲ ਵਿਕਦੀ ਹੈ, ਹੋਰ ਬੜੀ ਮੈਡੀਸਨ ਜਿਹੜੀ ਹੈਗੀ ਹੈ ਵਿਕਦੀ ਹੈ। 2 ਨੰਬਰ 'ਚ ਕੰਮ ਚੱਲਦਾ ਹੈ। ਕਿੰਨੇ ਕੁ ਥਾਵਾਂ ਦੇ ਉੱਤੇ ਪੁਲਿਸ ਜਾ ਕੇ ਲੱਗ ਜੂਗੀ ਜੀ। ਪੁਲਿਸ ਤਾਂ ਇਕੱਲੀ ਉਹਨਾਂ ਤੋਂ ਆਪਦੀਆਂ ਡਿਊਟੀਆਂ ਤੋਂ ਨਾਲ ਇਹ ਵੀ ਨਹੀਂ ਮੁੱਕਦਾ ਕੰਮ। ਮੋਰ ਓਵਰ ਵਿੱਚ ਸਰਕਾਰੀ ਮਸ਼ੀਨਰੀ ਦਾ ਇੱਕ ਹਿੱਸਾ ਰਲਿਆ ਵੀ ਹੁੰਦਾ ਜੀ, ਬਿਲਕੁਲ, ਜਿਹੜਾ ਸਾਰਾ ਕੁਝ ਕਰਦੇ ਹੈ। ਹੁਣ ਤਾਂ ਖਬਰਾਂ ਇਹ ਆ ਰਹੀਆਂ, ਕਹਿੰਦੇ ਵੀ ਇਸ ਜਿਹੜੀ ਹੈਗੀ ਹੈ ਕਰਫਿਊ ਦੇ ਵਿੱਚ ਜਿਨ੍ਹਾਂ ਲੋਕਾਂ ਨੂੰ ਇਜਾਜ਼ਤ ਮਿਲੀ ਹੈ, ਐਗਜ਼ੈਂਪਸ਼ਨ ਮਿਲੀ ਵੀ ਹੈ ਕਿ ਇਹਨਾਂ ਨੂੰ ਭਾਈ ਰੋਕਣਾ ਨਹੀਂ ਜੀ, ਕਹਿੰਦੇ ਵੀ ਉਹਨਾਂ ਨੇ ਵੀ ਆਪਣੇ ਜਿਹੜੀਆਂ ਕਮਾਈ ਕਰਨੀ ਸ਼ੁਰੂ ਕਰਤੀ ਹੈ। ਗੱਡੀਆਂ ਦੇ ਵਿੱਚ ਉਹ ਵੀ ਆਪਦਾ ਸਮਾਨ ਰੱਖਦੇ ਤੇ ਪਹੁੰਚਾ ਦਿੰਦੇ ਵੱਖ-ਵੱਖ ਥਾਵਾਂ ਤੇ। ਬੜਾ ਕੁਝ ਚੱਲਦਾ ਹੈ ਇਹਦੇ 'ਚ। ਪਰ ਸਵਾਲ ਵੱਡਾ ਇਹ ਹੈ ਕਿ 17 ਕਰੋੜ ਰੁਪਈਆ ਰੋਜ਼ ਦਾ ਘਾਟਾ ਪੈਂਦਾ ਹੈ। ਹਾਂਜੀ, 17 × 51 510, ਮੈਂ 500 ਕਰੋੜ ਦਾ ਅੰਦਾਜ਼ਾ ਲਾਇਆ। 500 ਕਰੋੜ ਲਾ ਲਓ, ਚਲੋ 500 ਤੋਂ ਵੱਧ ਦੀ ਇਹ ਘੱਟ ਤਾਂ ਹੋ ਨਹੀਂ ਸਕਦਾ, ਕਿਉਂਕਿ ਫਰਵਰੀ ਦਾ ਮਹੀਨਾ 29 ਦਾ ਆਇਆ ਸੀ, ਇਤਕੀ ਤਾਂ 28 ਦਿਨਾਂ ਦਾ ਹੁੰਦਾ ਹੈ, ਬਾਕੀ 30 ਜਾਂ 31 ਦਿਨਾਂ ਦੇ ਹੁੰਦੇ। ਇਹ ਜਿਹੜਾ ਇੰਨਾ ਪੈਸੇ ਦਾ ਲਾਸ ਹੋ ਰਿਹਾ ਉਹ ਕਿੱਥੋਂ ਹੋਵੇ। ਬਾਕੀ ਅਗਲੀ ਗੱਲ ਜਿਹੜੀ ਆਪਾਂ ਵੀ ਸਮਝਦੇ ਹਾਂ, ਤੁਸੀਂ ਵੀ ਸਮਝਦੇ ਹੋ, ਸਾਡੀ ਮਾਨਸਿਕਤਾ ਨੂੰ ਜੀ। ਪੰਜਾਬ ਦੇ ਵਿੱਚ ਕੀ ਜੇ ਫਰਜ਼ ਕਰੋ ਠੇਕੇ ਬੰਦ ਹੋ ਜਾਣਗੇ ਕਿ ਸ਼ਰਾਬ ਨਹੀਂ ਪੀਤੀ ਜਾਂਦੀ? ਪੀਤੀ ਤਾਂ ਜਾਣ ਨੂੰ ਕੀ ਹੈ ਸਾਰਾ ਨਾ ਜੀ, ਨਾ। ਘਰ ਸ਼ਰਾਬ ਜਿਹੜੀ ਹੈਗੀ ਹੈ ਇਸ ਵੇਲੇ ਕੱਢੀ ਜਾ ਰਹੀ ਹੈ। ਪੁਲਿਸ ਕੋਲੇ ਤਾਂ ਤੁਹਾਡਾ ਰੇਡ ਮਾਰਨ ਦੀ ਵੇਲ ਹੀ ਹੈ ਨਹੀਂ, ਤੇ ਨਾਲ ਪੁਲਿਸ ਵਾਲਿਆਂ ਨੂੰ ਵੀ ਇਸ ਗੱਲ ਦਾ ਪਤਾ ਵੀ ਲੋਕ ਕਰਨ ਕੀ, ਉਹ ਕਮਲੇ ਤਾਂ ਲੱਗੇ ਰਹਾਂ ਘਰੀ ਬੈਠੇ ਕਮਲੇ। ਇਸ ਵੇਲੇ ਦੀ ਸਥਿਤੀ ਮੈਨੂੰ ਨਾ ਬਾਈ ਆਪਣੇ ਦਿਲਾਵਰ ਚਹਿਲ ਆ ਬਾਈ ਜੀ ਉੱਥੋਂ ਅਮਰੀਕਾ ਤੋਂ, ਹਾਂਜੀ, ਉਹ ਕਹਿੰਦੇ ਯਾਰ ਕੱਲੀ ਮੈਨੂੰ ਤਾਂ, ਉਹ ਕਹਿੰਦੇ ਅਮਰੀਕਾ ਰਹਿੰਦੇ, ਅਮਰੀਕਾ ਦੀ ਗੱਲ ਕਹਿੰਦੇ ਕਰੋਨਾ ਨਾਲ ਮਰੇ ਨਾ ਮਰੇ, ਕਹਿੰਦਾ ਜਿਹਨੂੰ ਫੋਨ ਲਾ ਲੈਂਦੇ ਉਹ ਡੱਕਾ ਹੀ ਬੈਠਾ ਹੁੰਦਾ, ਕਿਤੇ ਯਾਰ ਗੁਰਦੇ ਫੇਲ ਕਰਾ ਕੇ ਨਾ ਮਰ ਜਾਣ। ਨਹੀਂ, ਉਹ ਉਹੀ ਗੱਲ ਹੈ। ਮੈਨੂੰ ਵੀ ਅੱਜ ਸਵੇਰੇ ਐਡਮਿੰਟਨ ਤੋਂ ਟੈਲੀਫੋਨ ਆਇਆ ਜੀ। ਸਾਡਾ ਹੀ ਮਤਲਬ ਜਿਹੜਾ ਹੈਗਾ ਗੋਤੀ ਭਰਾ ਹੈ ਦਲਜੀਤ ਸਿੰਘ ਢਿੱਲੋਂ ਜੀ, ਉਹ ਮੇਰੇ ਨਾਲ ਚਲੋ ਪਾਸੇ ਦੀਆਂ ਗੱਲ ਖੈਰ ਸੁੱਖ ਹੁਣ ਅੱਜ ਕੱਲ੍ਹ ਸਾਰੇ ਕਰਦੇ ਪੁੱਛਦੇ ਵੀ ਕਿਤੇ ਭਾਈ ਕੋਈ ਆਪਣਾ ਬਿਮਾਰ ਤਾਂ ਨਹੀਂ ਪਰਿਵਾਰ 'ਚ। ਹਰ ਬੰਦਾ ਪਰਿਵਾਰ ਦੀ ਖੈਰ ਮੰਗਦਾ ਜੀ। ਤੇ ਮੁੜ ਕੇ ਮੈਨੂੰ ਪੁੱਛਦੇ ਨੇ, ਕਹਿੰਦੇ ਵੀ ਫਿਰ ਕੌੜੇ ਪਾਣੀ ਦੇ ਗਰਾਰੇ ਦਾ ਕੋਈ ਪ੍ਰਬੰਧ ਕਿਵੇਂ ਹੁੰਦਾ ਹੈ? ਮੈਂ ਕਿਹਾ ਵੀ ਚਲੋ ਕੋਈ ਨਹੀਂ, ਸਰਸੁਰ ਜਾਂਦਾ ਹੈ। ਉਹ ਕਹਿੰਦੇ ਫੇਰ ਵੀ ਤੁਸੀਂ ਦੱਸੋ। ਮੈਂ ਕਿਹਾ ਵੀ ਹੁਣ ਤੂੰ ਕਿਹੜਾ ਟੈਲੀਫੋਨ ਦੇ ਇਹਦੇ ਰਾਹੀਂ ਆਪਣਾ ਤਰੰਗਾ ਰਾਹੀਂ ਤਾਂ ਆ ਨਹੀਂ ਸਕਦੀ। ਹਾਂ, ਪਰ ਕੀ ਹੈ, ਮੈਂ ਫਿਰ ਉਹਨੂੰ ਇੱਕ ਗੱਲ ਸੁਣਾਈ ਵੀ ਇਹ ਸੁਣਦੇ ਹੁੰਦੇ ਵੀ ਦਾਰੂ ਪੀਣ ਵਾਲੇ ਕਹਿੰਦੇ ਹੁੰਦੇ ਸੀ ਵੀ ਜਿਹਨੇ ਚੁੰਝ ਦਿੱਤੀ ਹੈ ਨਾ, ਉਹਨੇ ਚੋਗੇ ਦਾ ਪ੍ਰਬੰਧ ਵੀ ਕੀਤਾ ਹੁੰਦਾ ਹੈ। ਠੀਕ ਹੈ, ਕਹਿੰਦੇ ਵੀ ਰੋਟੀ ਮਿਲੇ ਨਾ ਮਿਲੇ, ਪਰ ਉਹ ਦਾਰੂ ਦੂਰੂ ਦਾ ਪਾਸਾ ਹੋ ਜਾਂਦਾ, ਬੰਦੇ ਨੂੰ ਮਿਲ ਜਾਂਦੀ ਹੈ। ਇਹ ਮਤਲਬ ਸਾਡੀ ਮਿਸਾਲ ਹੈ। ਔਰ ਇਹਦਾ ਕਾਰਨ ਕੀ ਹੈ ਜੀ? ਕਾਰਨ ਜੇ ਆਪਾਂ ਦੇਖੀਏ ਤਾਂ ਇਸ ਵੇਲੇ ਪੁਲਿਸ ਵਾਲਿਆਂ ਨੂੰ ਵੀ ਲੋੜ ਹੁੰਦੀ ਹੈ, ਕਿਉਂਕਿ ਪ੍ਰੈਸ਼ਰ ਥੱਲੇ ਉਹ ਵੀ ਹੈ ਜੀ। ਜੇ ਉਹ ਸਮਝ ਲਓ ਤੁਸੀਂ 24 ਘੰਟੇ ਡਿਊਟੀ ਕਰਦੇ ਹੈ, 2 ਘੰਟੇ ਉਹਨਾਂ ਨੇ ਆਰਾਮ ਨਾਲ ਸੌਣਾ ਹੁੰਦਾ। ਹਰੇਕ ਬੰਦਾ ਚਾਹੁੰਦਾ ਕਿ ਮੈਨੂੰ ਵੀ ਕੁਛ ਨਾ ਕੁਛ ਜਿਹੜੀ ਹੈ ਮੇਰੇ ਅੰਦਰ ਵੀ ਕੁਛ ਜਾਵੇ। ਸੋ ਇਸ ਕਰਕੇ ਜਿਹੜੀ ਹੈ ਦਾਰੂ ਇੱਕ ਇਹੋ ਜਿਹੀ ਚੀਜ਼ ਹੈ। ਪਿਛਲੇ ਦਿਨ ਤੁਸੀਂ ਜ਼ਿਕਰ ਕੀਤਾ ਸੀ, ਉਹ ਕਿਹੜੇ ਸੀਗੇ ਫਿਲਮੀ ਕਲਾਕਾਰ, ਆਪਣਾ ਰਿਸ਼ੀ ਕਪੂਰ ਜੀ ਨੇ ਕਿਹਾ ਸੀਗਾ ਕਿ ਲੋਕਾਂ ਦਾ ਮਾਨਸਿਕ ਤਣਾਅ ਜਿਹੜਾ ਹੈਗਾ ਉਹਨੂੰ ਬਚਾਉਣ ਵਾਸਤੇ ਜ਼ਰੂਰੀ ਹੈ ਕਿ ਤੁਸੀਂ ਥੋੜਾ ਬਹੁਤਾ ਅਲਾਓ ਕਰੋ ਜੀ। ਤੇ ਗੱਲ ਕਰੀਏ ਢਿੱਲੋਂ ਸਾਹਿਬ, ਆਪਾਂ ਕੱਚੇ ਤੇਲ ਦੀਆਂ ਕੀਮਤਾਂ ਜੀ, ਆਪਾਂ ਕੱਚੇ ਤੇਲ ਦੀਆਂ ਕੀਮਤਾਂ ਦੀ ਵੀ ਗੱਲ ਕਰਨੀ ਹੈ, ਤੇ ਬਾਕੀ ਉਹ ਵੀ ਗੱਲ ਕਰਾਂਗੇ ਕਿ ਹਜੂਰ ਸਾਹਿਬ ਵਿੱਚ ਫਸੇ ਸ਼ਰਧਾਲੂਆਂ ਦੀ ਸਥਿਤੀ ਕੀ ਹੈ, ਤੇ ਐਮਪੀ ਦੇ ਮੰਤਰੀ ਮੰਡਲ ਦੇ ਵਿਸਥਾਰ ਦੀ ਵੀ ਗੱਲਬਾਤ ਕਰਾਂਗੇ। ਸੋ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਸੀਂ ਇਸ ਵਕਤ ਜੁੜੇ ਹੋ। ਇਹ ਪ੍ਰੋਗਰਾਮ ਤੁਹਾਡੇ ਤੱਕ ਪਿੰਡ ਭੈਣੀ ਵੜਿੰਗਾ, ਜ਼ਿਲ੍ਹਾ ਲੁਧਿਆਣਾ
ਤੇ ਸਰਦਾਰ ਜਗਜੀਤ ਸਿੰਘ ਲੰਡਨ ਹੋਰਾਂ ਨੇ ਸਪਾਂਸਰ ਕੀਤਾ ਹੈ। ਬੇ ਏਰੀਆ ਦੇ ਵਿੱਚ ਜੇਕਰ ਤੁਹਾਡੀ ਗੱਡੀ ਦਾ ਐਕਸੀਡੈਂਟ ਹੋ ਜਾਂਦਾ, ਇਸ ਨੂੰ ਨਵੀਂ ਨਕੋਰ ਬਣਾਉਣ ਦੇ ਲਈ ਫੇਅਰਵੇ ਆਟੋ ਸੈਂਟਰ 1421 ਇੰਡਸਟਰੀਅਲ ਪਾਰਕਵੇ ਵੈਸਟ, ਹੇਵਰਡਸ ਕੈਲੀਫੋਰਨੀਆ ਬਾਈ ਦਰਸ਼ਨ ਜੀ ਹੋਰਾਂ ਕੋਲੇ ਲੈ ਜਾਓ। ਇੱਥੇ ਤੁਹਾਡੀ ਗੱਡੀ ਦਾ ਕੰਮ ਤਸੱਲੀ ਬਖਸ਼ ਕੀਤਾ ਜਾਊਗਾ ਤੇ 5105382983 ਦੇ ਉੱਤੇ ਤੁਸੀਂ ਸੰਪਰਕ ਕਰ ਸਕਦੇ ਹੋ। ਢਿੱਲੋਂ ਸਾਹਿਬ, ਕੱਚੇ ਤੇਲ ਦੀਆਂ ਗਿਰਾਵਟਾਂ ਜਿਹੜੀਆਂ ਹੋਈਆਂ ਨੇ ਉਹਨਾਂ ਨੇ ਆਪਣਾ ਕਿਹਾ ਜਾਵੇ ਤਾਂ ਆਪਣੇ ਆਪ 'ਚ ਇਤਿਹਾਸ ਰਚ ਦਿੱਤਾ। ਦੇਖੋ ਗੱਲ ਇਹ ਹੈ ਦਾਨੇਲੀਆ ਸਾਹਿਬ, ਜਦੋਂ ਵੀ ਤੇਲ ਦੀ ਕਦੇ ਗੱਲ ਹੋਈ ਅੱਜ ਤੱਕ ਤੁਸੀਂ ਦੇਖੋ ਵੀ ਤੁਹਾਡੀ ਉਮਰ ਕਿੰਨੀ ਹੋ ਗਈ, ਇਸ ਉਮਰ ਦੇ ਵਿੱਚ ਕਦੇ ਤੁਸੀਂ ਇਹ ਸੋਚਿਆ ਕਿ ਕੱਚੇ ਤੇਲ ਦੀ ਕੀਮਤ ਘਟ ਗਈ? ਨਾ, ਜਿਹੜੀ ਇੱਕ ਵਾਰੀ ਵੱਧ ਗਈ ਤਾਂ ਉਹਦਾ ਉੱਪਰ ਥੱਲਾ ਜਿਆਦਾ ਹੁੰਦਾ ਹੀ ਰਹਿੰਦਾ, ਉੱਪਰ ਥੱਲਾ ਥੋੜਾ ਬਹੁਤਾ ਹੋ ਜਾਂਦਾ ਹੈ। ਇਹ ਤਾਂ ਹੋ ਜਾਂਦੇ ਕਿ ਜੀ ਅੱਜ ਇੰਨੀ ਵੱਧ ਗਈ, ਅੱਜ ਇੰਨੀ ਵੱਧ ਗਈ। ਹਮੇਸ਼ਾ ਕੱਚਾ ਤੇਲ ਜਿਹੜਾ ਉਹ ਮੁੱਲ ਵਿਕਦਾ ਜੀ। ਅੱਜ ਤਾਂ ਕਹਿੰਦੇ ਆ ਵੀ ਪਾਣੀ ਵੀ ਮੁੱਲ ਵਿਕਦਾ, ਪੀਣ ਯੋਗ ਪਾਣੀ ਵੀ ਨਹੀਂ ਮਿਲਦਾ। ਪਰ ਕਦੇ ਤੁਸੀਂ ਇਹ ਸੋਚਿਆ ਕਿ ਜਿਹੜਾ ਕੱਚੇ ਤੇਲ ਦੇ ਉੱਤੇ ਕੰਟਰੋਲ ਹੈ, ਜਿਨ੍ਹਾਂ ਦੇਸ਼ਾਂ ਦਾ, ਜਿਹੜੇ ਦੇਸ਼ ਪੈਦਾ ਕਰਦੇ ਆ ਕੱਚਾ ਤੇਲ, ਕੱਢਦੇ ਆ ਧਰਤੀ ਥੱਲਿਓਂ, ਕਿਉਂਕਿ ਕੱਚਾ ਤੇਲ ਜਿਹੜਾ ਹੈਗਾ ਇਹ ਲੈਣ ਤੋਂ ਬਾਅਦ ਫਿਰ ਰਿਫਾਈਨਰੀਆਂ ਦੇ ਰਾਹੀਂ ਇਹਨਾਂ ਨੂੰ ਨਾਲ ਕਈ ਖੂਹ ਨਹੀਂ ਬੰਦ ਕੀਤੇ ਜਾ ਸਕਦੇ। ਇਹਨੂੰ ਸੋਧਿਆ ਜਾਂਦਾ, ਸਾਰਾ ਕੁਝ ਕੀਤਾ ਜਾਂਦਾ, ਖਰਚਾ ਪਾਣੀ ਕਰਕੇ ਉਹ ਆਉਂਦੇ, ਪਰ ਉਹ ਕੱਚਾ ਤੇਲ ਮੁੱਲ ਦੇ ਖੂਹ ਕੱਢਿਆ ਨਹੀਂ ਜਾ ਸਕਦਾ। ਇਹ ਪਹਿਲਾ ਮੌਕਾ ਹੈ ਜਦੋਂ ਕੱਚਾ ਤੇਲ ਪੈਦਾ ਕਰਨ ਵਾਲੇ ਮੁਲਕ ਕਹਿੰਦੇ ਆ ਵੀ ਤੇਲ ਲੈ ਜਾਓ ਤੇ ਨਾਲ ਪੈਸੇ ਵੀ ਲੈ ਜਾਓ। ਅੱਛਾ, ਪਹਿਲਾ ਸਮਾਂ ਹੈ ਕਿ ਇਹ ਡਾਊਨ ਜਾ ਰਿਹਾ ਹੈ। ਉਹ ਕਹਿੰਦੇ ਜੀ ਪੈਸੇ ਲੈ ਲਓ, ਅਸੀਂ ਤੁਹਾਨੂੰ ਪੈਸੇ ਦੇ ਦਿੰਦੇ ਤੇ ਸਾਡਾ ਤੇਲ ਢੋਆ-ਢੁਆਈ ਲੈ ਜਾਓ, ਸਾਡੀ ਤੇਲ ਲੈ ਜਾਓ, ਤੁਸੀਂ ਤੇਲ ਦੀ ਢੋਆ-ਢੁਆਈ ਕਰ ਲਓ। ਇਹ ਅਮਰੀਕਾ ਦੇ ਵਿੱਚ ਵੀ ਇਹ ਕੁਝ ਹੋ ਗਿਆ। ਇਹਦਾ ਕਾਰਨ ਇਹ ਹੈ ਕਿ ਜਿਹੜੀ ਸਪਲਾਈ ਐਂਡ ਡਿਮਾਂਡ ਦਾ ਸਿਧਾਂਤ ਹੈ ਉਹ ਗੜਬੜਾ ਗਿਆ। ਕਿਉਂਕਿ ਕਿਤੇ ਵੀ ਗੱਡੀਆਂ ਚੱਲ ਨਹੀਂ ਰਹੀਆਂ, ਗੱਡੀਆਂ ਦੀ ਆਮਦੋ-ਰਫਤ ਉਹ ਰੁਕੀ ਹੋਈ ਹੈ ਜੀ। ਕਿਤੇ ਲਾਕਡਾਊਨ ਹੈ, ਕਿਤੇ ਕਰਫਿਊ ਹੈ। ਸਾਡੇ ਤਾਂ ਅਸੀਂ ਕਰਫਿਊ ਦੇ ਵਿੱਚ ਵੀ ਤੁਰੀ ਫਿਰਦੇ ਹਾਂ। ਲੇਕਿਨ ਵਿਕਸਿਤ ਦੇਸ਼ ਹੈ, ਜਿਹੜੇ ਪੱਛਮੀ ਦੇਸ਼ ਹੈ, ਜਿਹੜੇ ਡਿਸਿਪਲਿਨਡ ਦੇਸ਼ ਹੈ, ਉੱਥੇ ਜੋ ਹੁਕਮ ਹੋ ਜਾਂਦਾ ਉਹਦੇ ਤੇ ਲੋਕ ਲਗਭਗ, ਮੇਰੇ ਖਿਆਲ ਆਪਾਂ ਮੁਕੰਮਲ ਤਾਂ ਨਹੀਂ ਕਹਿ ਸਕਦੇ ਕਿਉਂਕਿ ਅਸੀਂ ਹਰ ਥਾਂ ਤੇ ਪਹੁੰਚੇ ਹੋਏ ਹਾਂ, ਸਾਡਾ ਭਾਈਚਾਰਾ ਫਿਰ ਕਿਤੇ ਨਾ ਕਿਤੇ ਗੜਬੜ ਕਰ ਦਿੰਦਾ। ਉਹ ਜਿਹੜੇ ਹੈਗੇ ਹੁਕਮ ਦੀ ਪਾਲਣਾ ਕਰਦੇ ਜੀ ਕਿ ਲਿਆਓ ਜੀ, ਕੋਈ ਗੱਲ ਨਹੀਂ, ਅਸੀਂ ਕਰ ਲੈਨੇ, ਬੇਫਿਕਰ ਹੋ ਤੁਸੀਂ। ਉਹ ਗੱਡੀਆਂ ਖੜੀਆਂ, ਤੇਲ ਕੋਈ ਖਰੀਦਦਾ ਨਹੀਂ। ਜਦੋਂ ਤੇਲ ਖਰੀਦਦਾ ਨਹੀਂ ਪੰਪਾਂ ਤੇ ਤੇਲ ਜੇ ਕੰਪਨੀਆਂ ਲੈਣ ਕਾਹਦੀ ਖਾਤਰ ਜੀ? ਰਿਫਾਈਨਰੀਆਂ ਉਹਨਾਂ ਦੀਆਂ ਆਪਦੀਆਂ, ਬਾਕੀ ਉਹਨਾਂ ਦੀ ਤਾਂ ਆਪਦੇ ਘਰ ਤੋਂ ਬਾਅਦ ਦੂਜੇ ਦੇਸ਼ਾਂ ਦੀ ਗੱਲ ਹੁੰਦੀ ਹੈ ਜੀ। ਭਾਰਤ ਦੇ ਵਿੱਚ ਵੀ ਤੇਲ ਦੀ ਡਿਮਾਂਡ ਘਟੀ ਵੀ ਹੈ, ਸਾਰੀ ਦੁਨੀਆ 'ਚ ਤੇਲ ਦੀ ਡਿਮਾਂਡ ਘਟੀ ਵੀ ਹੈ। ਹੁਣ ਇਸ ਲਿਹਾਜ਼ ਦੇ ਨਾਲ ਖਰਚਣ ਕਿੱਥੇ ਤੇਲ ਨੂੰ ਖਤਮ ਕਰਨ, ਕੋਈ ਲੈਂਦਾ ਨਹੀਂ। ਉਹ ਕਹਿੰਦੇ ਮੁਫਤ ਲੈ ਲਓ। ਪਰ ਫਿਰ ਵੀ ਸਾਡੇ ਦੇਸ਼ ਦਾ ਬਾਬਾ ਆਦਮ ਬੜਾ ਨਿਰਾਲਾ ਹੈ। ਦੁਨੀਆ ਦੇ ਵਿੱਚ ਉਹ ਕਹਿੰਦੇ ਪੈਸੇ ਲੈ ਲਓ, ਤੇਲ ਲੈ ਜਾਓ। ਸਾਡੇ ਕੀ ਕਹਿੰਦੇ ਕਿ ਜਦੋਂ ਦੁਨੀਆ 'ਚ ਤੇਲ ਸਸਤਾ ਹੋ ਜਾਂਦਾ ਹੈ, ਸਾਡੇ ਮਹਿੰਗਾ ਹੋ ਜਾਂਦਾ। ਸਾਡੇ ਮਹਿੰਗਾ ਨਹੀਂ ਹੁੰਦਾ ਤਾਂ ਉੱਥੇ ਕਿ ਜੇ ਫੇਰ ਖੜਨਾ, ਤੇਲ ਕੰਪਨੀਆਂ ਕਹਿੰਦੀਆਂ ਜੀ ਅਸੀਂ ਡਾਊਨ ਕਰਤਾ। ਤੇਲ ਕੰਪਨੀਆਂ ਡਾਊਨ ਕਰ ਦਿੰਦੀਆਂ, ਸਰਕਾਰਾਂ ਟੈਕਸ ਵਧਾ ਦਿੰਦੀਆਂ। ਉਹ ਮਤਲਬ ਬੁੱਢੜੀ ਮਰ ਗਈ, ਗੀਗੀ ਜਾਈ ਰਹੇ ਤੀਨ ਕੇਤੀ, ਉੱਥੇ ਦੇ ਉੱਥੇ। ਅੱਜ ਜਿਹੜੀ ਲੇਟੈਸਟ ਖਬਰ ਆ ਗਈ ਜੀ, ਕਹਿੰਦੇ ਜੀ ਅਸਾਮ ਦੀ ਸਰਕਾਰ ਨੇ 5 ਰੁਪਈਆਂ ਦਾ ਟੈਕਸ ਲਾਤਾ। ਅੱਛਾ, ਤੇਲ ਤੇ ਜਦੋਂ ਦੁਨੀਆ ਦੇ ਵਿੱਚ ਸਸਤਾ ਹੋ ਗਿਆ, ਵਾਧੂ ਤੁਰਿਆ ਫਿਰਦਾ, ਉਹਨਾਂ ਨੇ ਮਹਿੰਗਾ ਕਰਤਾ। ਪੰਜਾਬ ਦੇ ਵਿੱਚ ਪਿਛਲੇ ਸਮੇਂ 'ਚ ਆਪਾਂ ਨੂੰ ਪਤਾ ਵੀ ਤੇਲ ਡਾਊਨ ਹੋ ਗਿਆ ਸੀ, ਸਾਰੇ ਦੇਸ਼ ਦੇ ਵਿੱਚ ਹੋਇਆ ਸੀ, ਤੇ ਪੰਜਾਬ ਦੇ ਵਿੱਚ ਕਰਕੇ ਫਿਰ ਉੱਥੇ ਫੇਰ ਲੈ ਗਏ ਸੀ ਕਿ ਲੋਕਾਂ ਨੂੰ ਤਾਂ ਹੁਣ ਸੁਭਾਅ ਪਿਆ, ਉਹਨਾਂ ਨੇ ਪੈਸੇ, ਜਿਵੇਂ ਗੱਡੇ ਵਾਲੇ ਬਲਦ ਦੇ ਕੰਨਾਂ ਪੈ ਜਾਂਦਾ। ਬਿਲਕੁਲ। ਪਰ ਇੱਥੇ ਕਮਾਈ ਹੁੰਦੀ ਹੈ ਜੀ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਜਦੋਂ ਕਰਫਿਊ ਲੱਗਿਆ ਹੋਇਆ ਹੈ ਪੰਜਾਬ 'ਚ, ਲਾਕਡਾਊਨ ਸਾਰੇ ਦੇਸ਼ ਦੇ ਵਿੱਚ ਲੱਗਿਆ ਹੋਇਆ, ਉਦੋਂ ਜੇ ਇਹਨਾਂ ਨੇ, ਚਲੋ ਠੀਕ ਹੈ ਵੀ ਇਹਨਾਂ ਨੂੰ ਮੁਫਤ ਮਿਲਦਾ ਜਾਂ ਉਹ ਪੈਸੇ ਵੀ ਦਿੰਦੇ ਤੇ ਲੈਂਦੇ ਹੈ ਜੀ, ਉਹਨੂੰ ਲੈ ਆਉਣ, ਉਹਨੂੰ ਸੋਧ ਲੈਣ। ਬੜੇ ਵੱਡੇ ਇਹਨਾਂ ਦੇ ਕੋਲੇ ਭੰਡਾਰ ਪਏ, ਉਹਨਾਂ ਭੰਡਾਰਾਂ 'ਚ ਲੈ ਕੇ ਉਹਨੂੰ ਸਟੋਰ ਕਰ ਲੈਣ। ਘੱਟੋ ਘੱਟ ਜਦੋਂ ਸਸਤਾ, ਜਦੋਂ ਮਹਿੰਗਾ ਹੋਵੇ ਉਹਨੂੰ ਉਦੋਂ ਇਸਤੇਮਾਲ ਕਰ ਲੈਣ ਜੀ। ਲੇਕਿਨ ਹੁਣ ਜਦੋਂ ਨਾ ਮਾਤਰੀ ਕੋਈ ਗੱਡੀ ਚੱਲਦੀ ਹੈ, ਸਿਰਫ ਜ਼ਰੂਰੀ ਸੇਵਾਵਾਂ ਵਾਲੇ ਲੋਕ ਚੱਲਦੇ, ਜਾਂ ਤਾਂ ਸਰਕਾਰੀ ਗੱਡੀਆਂ ਚੱਲਦੀਆਂ, ਜਾਂ ਉਹ ਸਰਕਾਰੀ ਕਰਮਚਾਰੀ ਜਿਹੜੇ ਫਰੰਟ ਦੇ ਉੱਤੇ ਆ ਕੇ ਨੌਕਰੀਆਂ ਕਰਦੇ ਹੈ। ਕੋਰੋਨਾ ਦੇ ਖਿਲਾਫ ਲੜਾਈ ਇਸ ਵੇਲੇ ਕੌਣ ਲੜ ਰਿਹਾ? ਨੰਬਰ 1 ਤੇ ਡਾਕਟਰ, ਉਹਨਾਂ ਦਾ ਜਿਹੜਾ ਹੈਗਾ ਸਾਰਾ ਮੈਡੀਕਲ ਸਟਾਫ। ਨੰਬਰ 2 ਤੇ ਉਹਨਾਂ ਦੇ ਨਾਲ ਕੌਣ ਖੜਦਾ ਜੀ? ਪੁਲਿਸ ਵਾਲੇ, ਜਾਂ ਫਿਰ ਉਹ ਵਲੰਟੀਅਰ ਹੈ ਜਿਹੜੇ ਦਿਨ ਰਾਤ ਲੋਕਾਂ ਦੀ ਸੇਵਾ ਕਰਦੇ। ਕੁਝ ਸੰਸਥਾਵਾਂ, ਜਥੇਬੰਦੀਆਂ ਜਿਹੜੀਆਂ ਘਰ ਘਰ ਜਾ ਕੇ ਲੋਕਾਂ ਨੂੰ ਰਾਸ਼ਨ ਦਿੰਦੀਆਂ, ਕਿਤੇ ਸੁੱਕਾ ਰਾਸ਼ਨ ਦਿੱਤਾ ਜਾਂਦਾ ਹੈ, ਕਿਤੇ ਉਹਨਾਂ ਨੂੰ ਤਿਆਰ ਰਾਸ਼ਨ ਦਿੱਤਾ ਜਾਂਦਾ ਹੈ।
ਉਹਨਾਂ ਨੂੰ ਕੁਛ ਤਾਂ ਬੈਨੀਫਿਟ ਮਿਲਣਾ ਚਾਹੀਦਾ। ਜਦੋਂ ਤੁਹਾਡੇ ਕੋਲ ਤੇਲ ਦੁਨੀਆ 'ਚ ਸਸਤਾ ਹੋ ਗਿਆ, ਤੁਸੀਂ ਇੱਥੇ ਵੀ ਸਸਤਾ ਕਰ ਦਿਓ। ਜੇ ਤੁਸੀਂ ਸਸਤਾ ਕਰੋਗੇ ਤਾਂ ਇਹਨਾਂ ਨੂੰ ਇਹ ਹੈ ਕਿ ਜੇ ਕੰਪਨੀਆਂ ਨੇ ਸਸਤਾ ਕਰਤਾ ਜੀ ਤਾਂ ਫਿਰ ਜਿਹੜੀ ਇਹਨਾਂ ਨੂੰ GST ਜਾਂ ਜਿਹੜੀ ਕੋਈ ਵੈਟ ਜਿਹੜਾ ਟੈਕਸ ਆਉਂਦਾ ਉਹ ਟੈਕਸ ਵੀ ਉਸੇ ਰੇਸ਼ੋ ਨਾਲ ਕੱਟਣਾ, ਬਿਲਕੁਲ ਉਸੇ ਹਿਸਾਬ ਨਾਲ ਹੀ ਕਿਉਂਕਿ ਪਰਸੈਂਟੇਜ ਹੁੰਦਾ ਕਿ ਇੰਨੇ ਪਰਸੈਂਟ ਕੇ ਜਿੰਨਾ ਤੇਲ ਵੱਧਦਾ ਹੈ, ਤੇਲ ਦੀ ਕੀਮਤ ਵੱਧਦੀ ਹੈ ਤੇ ਸਰਕਾਰ ਦੀ ਆਮਦਨ ਵੀ ਵੱਧਦੀ ਹੈ। ਬਿਲਕੁਲ ਵੱਧਦੀ ਹੈ ਜੀ। ਇਸ ਕਰਕੇ ਮਤਲਬ ਜਿਹੜੀ ਹੈਗੀ ਸਾਡੇ ਦੇਸ਼ ਦੀ ਹਾਲਤ ਜਿਹੜੀ ਹੈ ਉਹ ਬੜੀ ਪਤਲੀ ਹੈ। ਖਬਰ ਤਾਂ ਵੈਸੇ ਠੀਕ ਹੈ, ਸਾਰੀ ਦੁਨੀਆ ਨੂੰ ਪਤਾ ਹੀ ਹੈ ਕਿ ਤੇਲ ਜਿਹੜਾ ਹੈਗਾ ਮੁਫਤ ਮਿਲਦਾ ਹੈ, ਇਸ ਵੇਲੇ ਪੈਸੇ ਦੇ ਕੇ ਮਿਲਦਾ ਹੈ। ਪਰ ਸਾਡੀ ਸਾਂਝੀ ਕਰਨ ਦਾ ਜਿਹੜਾ ਇਹ ਖਬਰ ਹੈ ਸਾਡੇ ਦਰਸ਼ਕਾਂ ਨਾਲ, ਸਰੋਤਿਆਂ ਨਾਲ, ਉਹ ਇਸ ਕਰਕੇ ਤਾਂ ਕਿ ਉਹਨਾਂ ਨੂੰ ਪਤਾ ਲੱਗ ਜਾਏ ਕਿ ਸਾਡੀ ਜਿਹੜੀ ਹੈ ਦੇਸ਼ ਦੀ ਸਰਕਾਰ ਉਹ ਕਿੰਨੀ ਕੁ ਲੋਕ ਹਿੱਤ ਹੈ, ਉਹ ਲੋਕਾਂ ਦੇ ਹਿੱਤਾਂ ਦਾ ਕਿੰਨਾ ਕੁ ਖਿਆਲ ਕਰਦੀ ਹੈ। ਸੰਕਟ ਦੀਆਂ ਘੜੀਆਂ ਦੇ ਵਿੱਚ ਵੀ ਲੋਕਾਂ ਦੀ ਪੁੱਠੀ ਛੁਰੀ ਦੇ ਨਾਲ ਜਿਹੜੀ ਆ ਖੱਲ ਲਾਉਣ ਦੇ ਯਤਨ ਕੀਤੇ ਜਾ ਰਹੇ। ਇਹ ਤਾਂ ਹਟਦੇ ਨਹੀਂ ਨਾ, ਫਿਰ ਰੌਲਾ ਤਾਂ ਆਹੀ ਹੈ। ਢੱਲੇ ਸਾਹਿਬ, ਕਈ ਵਾਰੀ ਪੁਰਾਣੇ ਇੱਕ ਕਹਾਵਤ ਸੀ, ਕਹਿੰਦਾ ਕਿਸੇ ਮਰਾਸੀ ਨੇ ਜਦੋਂ ਪਿੰਡ ਨੇੜੇ ਆ ਗਿਆ ਉਦੋਂ ਜੋੜੇ ਲਾ ਲਏ, ਭੱਜ ਲਿਆ। ਹਾਂਜੀ, ਪਰ ਕਈ ਵਾਰੀ ਕਹਿੰਦੇ ਆ ਕਿ ਅਖੀਰਲਾ ਸਫ਼ਰ ਵੀ ਜਿਹੜਾ ਕੋਹਾਂ ਦਾ ਬਣ ਜਾਂਦਾ ਹੈ। ਕਹਿੰਦੇ ਲੰਮਾ ਪੈਂਡਾ ਹੱਸ ਕੇ ਕੱਢ ਲਿਆ ਤੇ ਜਦੋਂ ਪਿੰਡ ਦਿਸਣ ਲੱਗ ਪਿਆ ਕਹਿੰਦੇ ਪਿੰਡ ਨੇੜੇ ਨਹੀਂ ਆਉਂਦਾ। ਅਜਿਹੀ ਘਟਨਾ ਕਹਿੰਦੇ ਇੱਕ ਕੁੜੀ ਨਾਲ ਵਾਪਰੀ ਹੈ ਜੀ। ਕਹਿੰਦੇ ਸਾਹਮਣੇ ਪਿੰਡ ਦਿਸਣ ਲੱਗ ਪਿਆ ਤੇ ਰਾਹ 'ਚ ਵਿਚਾਰੀ। ਦੇਖੋ, ਜਿਹੜੀ ਖਬਰ ਹੈ ਦਾਨੇਵਾਲ ਸਾਹਿਬ, ਇਹ ਬੜੀ ਤਰਾਸਦਿਕ ਹੈ, ਬਹੁਤ ਹੀ ਦੁਖਾਂਤਕ ਖਬਰ ਹੈ ਜੀ। ਕੁੜੀ ਦੀ ਉਮਰ ਹੈ ਜੀ 12 ਸਾਲ। ਅੱਛਾ ਜੀ। ਇਹ ਹੈਗੀ ਸਤੀਸ਼ਗੜ੍ਹ ਦੀ ਜੀ, ਹੈਗੀ ਨਹੀਂ ਸੀ ਵਿਚਾਰੀ, ਹੁਣ ਤਾਂ ਰਹੀ ਹੋ ਗਈ ਨਾ ਜੀ, ਹੁਣ ਤਾਂ ਸੀ ਹੋ ਗਈ। ਸਤੀਸ਼ਗੜ੍ਹ ਦੇ ਵਿੱਚ ਬੀਜਾਪੁਰ ਜ਼ਿਲ੍ਹਾ ਹੈ। ਉੱਥੇ ਬੀਜਾਪੁਰ ਜ਼ਿਲ੍ਹੇ ਦੇ ਕਿਸੇ ਪਿੰਡ ਦੀ ਇਹ ਵਸਨੀਕ ਸੀ ਜੀ। ਸ਼ਾਇਦ ਪਿੰਡ ਦਾ ਨਾਂ ਵੀ ਰਠੌੜਾ ਹੈ, ਕੁਛ ਇਹ। ਪਿੰਡ ਦੇ ਕੁਝ ਲੋਕ ਵੀ ਹੁਣ ਕਾਰੋਬਾਰ ਕਰਨ ਵਾਸਤੇ ਚੱਲੀਏ ਆਪਾਂ ਕਿਸੇ ਪਾਸੇ ਨੂੰ, ਉਹ ਜਦੋਂ ਕਿਤੇ ਦਿਹਾੜੀ ਮਜ਼ਦੂਰੀ ਕਰਨ ਵਾਸਤੇ 12 ਸਾਲਾਂ ਦੀ ਧੀ ਨਾਲ ਲੈ ਲਈ ਨਾ, ਕੱਲੀ ਗਈ। ਅੱਛਾ, ਕੱਲੀ ਗਈ, ਸ਼ਾਇਦ ਬਾਪ ਨਹੀਂ ਹੈਗਾ, ਵੀ ਮਾਂ ਦਾ ਕੁਛ ਨਾ ਕੁਛ ਮੈਂ ਬੋਝ ਵੰਡਾਵਾਂ, ਤੇ ਉਹ ਇੱਕ ਗਰੁੱਪ ਸੀ 11 ਲੋਕਾਂ ਦਾ, ਉਹਨਾਂ ਦੇ ਨਾਲ ਤੁਰ ਪਈ ਤੇ ਗਏ ਕਿੱਥੇ ਜੀ? ਤੇਲੰਗਾਨਾ 'ਚ। ਅੱਛਾ ਜੀ। ਤੇਲੰਗਾਨਾ 'ਚ ਜਾ ਕੇ ਉਹਨਾਂ ਨੇ ਕੰਮ ਕਰਨਾ ਸ਼ੁਰੂ ਕੀਤਾ ਇੱਕ ਮਿਰਚਾਂ ਦੇ ਫਾਰਮ ਤੇ। ਅੱਛਾ ਜੀ। ਮਿਰਚਾਂ ਦੇ ਖੇਤਾਂ ਦੇ ਵਿੱਚ ਮਿਰਚਾਂ ਦੀ ਤੋੜਾ ਤੜਾਈ ਹੁੰਦੀ ਹੈ ਇਹਨਾਂ ਦਿਨਾਂ 'ਚ। ਹਾਂਜੀ ਹਾਂਜੀ। ਉੱਥੇ ਜਾ ਕੇ ਵਿਚਾਰੀ ਕੰਮ ਕਰਨ ਲੱਗ ਗਈ, ਜਿਵੇਂ ਦੂਜੇ ਵੀ ਨਾਲ ਲੱਗ ਗਏ, ਤੇ ਹੋਇਆ ਕੀ ਕਿ ਲਾਕਡਾਊਨ ਲੱਗ ਗਿਆ। ਅੱਛਾ ਜੀ। ਕੰਮ ਤੋਂ ਜਵਾਬ ਮਿਲ ਗਿਆ। ਹੁਣ ਖਾਣ ਤਾਂ ਖਾਣ ਕਿੱਥੋਂ? ਵੱਡੇ ਲੋਕ ਸੀ, ਬਾਲਗ ਸੀ, ਉਹ ਕਹਿੰਦੇ ਜੀ ਚਲੋ ਚਲੀਏ ਆਪਾਂ ਘਰਾਂ ਨੂੰ, ਚੱਲੀਏ ਆਪਦੇ, ਵਾਪਸ ਚੱਲੀਏ। ਤੁਰ ਪਏ ਜੀ। 3 ਦਿਨਾਂ ਦੇ ਵਿੱਚ ਉਹਨਾਂ ਨੇ 100 ਕਿਲੋਮੀਟਰ ਵਾਟ ਤੈਅ ਕਰ ਲਈ। ਇਹ ਕੁੜੀ ਵੀ ਚਲੋ ਚਾਲ ਨਾਲ ਤੁਰੀ ਆਈ। ਜਦੋਂ ਪਿੰਡ ਤੋਂ 14 ਕਿਲੋਮੀਟਰ ਰਹਿ ਗਈ ਜੀ, ਉਦੋਂ ਆ ਕੇ ਉਹਦੇ ਸਰੀਰ ਨੇ ਜਵਾਬ ਦਿੱਤਾ। ਕਹਿੰਦੇ ਆ ਨਾਲ ਦੇ ਸਾਥੀ ਕਿ ਉਹਨੇ ਪੇਟ ਦੇ ਵਿੱਚ ਦਰਦ ਦੀ ਸ਼ਿਕਾਇਤ ਕੀਤੀ। ਰਸਤੇ ਦੇ ਵਿੱਚ ਕਿਤੋਂ ਮੈਡੀਕਲ ਅਸਿਸਟੈਂਸ ਮਿਲ ਨਹੀਂ ਸਕਦੀ। ਨਾਲ ਦੇ ਬੰਦੇ ਵੀ ਕੀ ਕਰਨ, ਤੇ ਉਸ ਕੁੜੀ ਦੀ ਮੌਤ ਹੋ ਗਈ। ਮਾਪੇ ਉਡੀਕਦੇ ਸੀ ਕਿ ਸਾਡੀ ਧੀ ਆਊਗੀ ਜੀ, ਉਹ ਵਿਚਾਰੇ ਉਡੀਕ ਕਰ ਰਹੇ ਸੀ, ਲੇਕਿਨ ਧੀ ਦੀ ਬਜਾਏ ਧੀ ਦੀ ਲਾਸ਼ ਪਹੁੰਚ ਗਈ। ਸਵਾਲ ਇਹ ਪੈਦਾ ਹੁੰਦਾ ਹੈ ਕਿ ਕੁੜੀ ਮਰੀ ਕਿਉਂ? ਹੁਣ ਜਿਹੜੀ ਲੇਟੈਸਟ ਇਨਫੋਰਮੇਸ਼ਨ ਆਈ ਹੈ, ਕਹਿੰਦੇ ਵੀ ਅਸਲ ਦੇ ਵਿੱਚ ਉਹ ਡੀਹਾਈਡਰੇਸ਼ਨ ਦੀ ਸ਼ਿਕਾਰ ਸੀ। ਉਹ ਤਾਂ ਹੋ ਹੀ ਜਾਣਾ, ਸਰੀਰ ਦੇ ਵਿੱਚੋਂ ਪਾਣੀ ਖਤਮ ਹੋ ਜਾਣਾ, ਇੰਨਾ ਪੈਦਲ ਤੁਰ ਕੇ ਪਾਣੀ ਖਤਮ ਹੋਣਾ। ਬੱਚੀ ਛੋਟੀ ਸੀ। ਅਗਲਾ ਦੁਖਾਂਤ ਇਹਦਾ ਇਹ ਕਿ ਇੱਕ ਤਾਂ ਮਾਪਿਆਂ ਦੀ ਬੱਚੀ ਮਰ ਗਈ ਜੀ, ਦੂਜਾ ਦੁਖਾਂਤ ਇਹ ਕਿ ਸਾਡੇ ਕਾਨੂੰਨਾਂ ਦੇ ਜਿਹੜੀਆਂ ਕਾਨੂੰਨ ਦੀਆਂ ਕਿਤਾਬਾਂ ਹੈ, ਚੈਪਟਰਾਂ ਦੇ ਚੈਪਟਰ ਲਿਖੇ ਪਏ ਜੀ ਕਿ ਲਓ ਜੀ ਕੋਈ ਵੀ ਬੱਚਾ ਬਾਲ ਮਜ਼ਦੂਰੀ ਨਹੀਂ ਕਰੂਗਾ, ਪਰ ਮਜਬੂਰੀ ਹੈ ਨਾ, ਕਰਨਗੇ ਕੀ? ਉਹਨਾਂ ਨੂੰ ਕਰਨੀ ਪੈਣੀ ਹੈ। ਜਦੋਂ ਲੋਕਾਂ ਨੂੰ ਭੁੱਖ ਤਰਸਾਉਂਦੀ ਹੈ, ਉਹ ਕਰਨ ਕੀ? ਮੈਂ ਤੁਹਾਨੂੰ ਇੱਕ ਮਿਸਾਲ ਦੇਣੀ ਚਾਹਣਾ, ਮੇਰਾ ਆਪਣਾ ਜਾਤੀ ਤਜਰਬਾ ਹੈ। ਸਾਡੇ ਇੱਕ ਮਿੱਤਰ ਹੁੰਦੇ ਸੀ ਸਰਦਾਰ ਰਣਵੀਰ ਸਿੰਘ ਢਿੱਲੋਂ ਜੀ, ਬਠਿੰਡੇ ਹੀ ਰਹਿੰਦੇ ਹੁੰਦੇ ਸੀ। ਆ ਜਦੋਂ ਆਪਾਂ ਇਹਦੇ ਵਾਲਾ ਮਤੀ ਦਾਸ ਜਿਹੜਾ ਮਾਨਸਾ ਨੂੰ ਜਾਂਦੇ ਆ, ਜਦੋਂ ਪੁਲ ਉਤਰਦੇ ਆ, ਪਹਿਲੇ ਜਦੋਂ ਜਾਂਦੇ ਪਹਿਲੀ ਮੇਨ ਸੜਕ ਦੇ ਉੱਪਰ ਇੱਕ ਕੋਠੀ ਸੀ ਸਰਦਾਰ ਕਰਮ ਸਿੰਘ ਪ੍ਰੋਫੈਸਰ ਦੀ। ਬੜੀ ਸੋਹਣੀ ਜੀ ਕੋਠੀ ਸੀ। ਉਹ ਤੋਂ ਅਗਲੀ ਕੋਠੀ ਇੱਕ ਹੋਰ ਵੱਡੀ ਸਾਰੀ ਕੋਠੀ, ਤੁਸੀਂ ਦੇਖਿਆ ਹੋਣਾ, ਉਹ ਕੋਠੀ ਰਣਵੀਰ ਸਿੰਘ ਢਿੱਲੋਂ ਦੀ ਸੀ। ਅੱਛਾ ਜੀ। ਰਣਵੀਰ ਸਿੰਘ ਢਿੱਲੋਂ ਨੇ ਸਾਨੂੰ ਆਪ ਦੱਸਿਆ ਕਿ ਮੈਂ ਸ਼ਾਪ ਇੰਸਪੈਕਟਰ ਸੀ। ਅੱਛਾ ਜੀ। ਸ਼ਾਪ ਇੰਸਪੈਕਟਰ ਸੀ ਤੇ ਫਗਵਾੜੇ ਲੱਗਿਆ ਹੋਇਆ ਸੀ। ਉਹਨੇ ਜਦੋਂ ਦੇਖਿਆ ਤੇ ਇੱਕ ਬੱਚਾ ਇੱਕ ਦੁਕਾਨ ਤੇ ਮਜ਼ਦੂਰੀ ਕਰ ਰਿਹਾ। ਅੱਛਾ ਜੀ। ਢਿੱਲੋਂ ਕਹਿੰਦਾ ਮੈਂ ਉਹਨਾਂ ਦਾ ਚਲਾਨ ਕਰਤਾ ਵੀ ਤੁਸੀਂ ਬੱਚੇ ਨੂੰ ਮਜ਼ਦੂਰੀ ਤੇ ਕਿਉਂ ਲਾਇਆ? ਕਾਨੂੰਨ ਕਹਿੰਦਾ ਹੈ ਕਿ ਬਾਲ ਮਜ਼ਦੂਰੀ ਨਹੀਂ ਹੋ ਸਕਦੀ। ਉਹਨਾਂ ਨੇ ਬੱਚਾ ਹਟਾਤਾ ਵੀ ਕੱਲ ਨੂੰ ਕਾਕਾ ਨਾ ਆਈ।
ਬੱਚੇ ਦੀ ਮਾਂ ਵਿਧਵਾ ਹੈ, ਹੂੰ ਉਹ ਘਰੇ ਜਾ ਕੇ ਕਹਿੰਦਾ ਵੀ ਕੱਲ ਨੂੰ ਮੈਂ ਜਾਣਾ ਨਹੀਂ। ਕਹਿੰਦੀ ਵੀ ਕਿਉਂ ਨਹੀਂ ਜਾਣਾ? ਉਹ ਦੁਕਾਨ ਤੇ ਗਈ, ਦੁਕਾਨਦਾਰਾਂ ਨੂੰ ਪੁੱਛਿਆ ਭਾਈ ਤੁਹਾਨੂੰ ਤਕਲੀਫ ਕੀ ਹੈ, ਮੁੰਡੇ ਨੂੰ ਹਟਾ ਕਿਉਂ ਦਿੱਤਾ? ਵੀ ਕੋਈ ਕੰਮ ਨਹੀਂ ਕਰਦਾ, ਚੋਰੀ ਹਾਂ ਕਰਦੀ ਚੋਰੀ। ਉਹ ਕਹਿੰਦੇ ਮੁੰਡਾ ਵਧੀਆ, ਕੰਮ ਵੀ ਸਾਰਾ ਕੁਝ ਕਰਦਾ, ਲੇਕਿਨ ਜੇ ਅਸੀਂ ਮੁੰਡੇ ਨੂੰ ਰੱਖਾਂਗੇ, ਸਾਡਾ ਕੱਲ ਚਲਾਨ ਹੋਇਆ ਤੇ ਕੱਲ ਨੂੰ ਫੇਰ ਹੋਊਗਾ, ਸਾਡਾ ਇਹ ਨੁਕਸਾਨ ਹੋਊ। ਕਹਿੰਦੀ ਭਾਈ ਅਸੀਂ ਤਾਂ ਭੁੱਖੇ ਬੈਠੇ, ਸਾਨੂੰ ਰੋਟੀ ਚਾਹੀਦੀ, ਜੇ ਕਮਾਊ ਤਾਂ ਹੀ ਖਾਵਾਂਗੇ, ਬਾਪ ਇਹਦਾ ਹੈ ਨਹੀਂ। ਉਹ ਕਹਿੰਦੇ ਜੀ ਕਰੀਏ ਕੀ, ਇੰਸਪੈਕਟਰ ਬੜਾ ਮਾੜਾ ਹੈ, ਤੁਸੀਂ ਇੰਸਪੈਕਟਰ ਨਾਲ ਗੱਲ ਕਰੋ, ਜੇ ਇੰਸਪੈਕਟਰ ਕਹਿ ਦੂਗਾ ਤਾਂ ਅਸੀਂ ਰੱਖ ਸਕਦੇ ਹਾਂ, ਇਹ ਤੋਂ ਵੱਧ ਨਹੀਂ। ਉਹ ਕਹਿੰਦੇ ਮੈਨੂੰ ਢਿੱਲੋਂ ਨੇ ਆਪ ਦੱਸਿਆ, ਕਹਿੰਦਾ ਜੀ ਉਹ ਭਾਲ ਭੂਲ ਕੇ ਜਿਹੜਾ ਮੇਰਾ ਚਵਾਰਾ ਸੀ ਉੱਥੇ ਆ ਗਿਆ, ਉਹ ਲੇਡੀ ਉੱਥੇ ਆ ਗਈ, ਉਹਨੇ ਆ ਕੇ ਹੱਥ ਬੰਨੇ ਵੀ ਪਹਿਲੇ ਉਹ ਕਹਿੰਦੀ ਵੀ ਤੂੰ ਬਹੁਤ ਮਾੜੀ ਗੱਲ ਕੀਤੀ, ਸਾਡੇ ਚੁੱਲ੍ਹੇ 'ਚ ਪਾਣੀ ਪਾਤਾ, ਅਸੀਂ ਰੋਟੀ ਕਿਵੇਂ ਖਾਵਾਂਗੇ? ਕਹਿੰਦਾ ਮੈਂ ਕਿਹਾ ਜੀ ਕਾਨੂੰਨ ਹੈ, ਮੈਂ ਕੀ ਕਰਾਂ? ਅਖੀਰ ਕਹਿੰਦਾ ਵਿਚਾਰੀ ਨੇ ਸਰੈਂਡਰ ਕਰਤਾ ਹੱਥ ਬੰਨ ਤੇ, ਕਹਿੰਦੀ ਜੋ ਕੁਝ ਕਰਨਾ ਕਰ ਲਾ। ਉਹ ਕਹਿੰਦਾ ਮੈਂ ਪਸੀਜ ਗਿਆ, ਜੀ ਕੀਤਾ ਮੇਰਾ ਵੀ ਮੈਂ ਨੌਕਰੀ ਤੋਂ ਅਸਤੀਫਾ ਦੇ ਦਿਆ, ਕਰਾਂ ਕੀ? ਜਿੱਥੇ ਇੱਕ ਮਾਂ ਨੂੰ ਆ ਕੇ ਇੰਨਾ ਸਰੈਂਡਰ ਕਰਨਾ ਪੈ ਜੇ, ਦੱਸੋ ਸਮਰਪਣ ਕਰਨਾ ਪੈ ਜੇ, ਬੰਦਾ ਕਰੂਗਾ ਕੀ? ਹੁਣ ਇਹ ਅਸੀਂ ਲਾਕਡਾਊਨ ਵੀ ਕਰਤਾ, ਅਸੀਂ ਕਰਫਿਊ ਵੀ ਲਾਤਾ, ਅਸੀਂ ਕਾਨੂੰਨ ਵੀ ਬਣਾਤੇ ਕਿ ਬੱਚਾ ਜਿਹੜਾ ਹੈਗਾ ਨੌਕਰੀ ਨਹੀਂ ਕਰ ਸਕਦਾ। ਪਰ ਬੱਚੇ ਜਿਹੜੇ ਹੈਗੇ ਉਹਨਾਂ ਨੂੰ ਨੌਕਰੀ ਕਰਨੀ ਪਈ, ਉਹਨਾਂ ਨੂੰ ਆਪਣੀ ਜਾਨ ਵੀ ਗਵਾਉਣੀ ਪੈਂਦੀ। ਘੱਟੋ ਘੱਟ ਸਾਡੇ ਸਿਸਟਮ ਨੂੰ, ਸਾਡੇ ਲੀਡਰਾਂ ਨੂੰ ਇਹਦੇ ਬਾਰੇ ਸੋਚਣਾ ਚਾਹੀਦਾ ਹੈ ਕਿ ਕਾਨੂੰਨ ਦੀਆਂ ਕਿਤਾਬਾਂ ਬਹੁਤ ਸੋਹਣੀਆਂ ਲੱਗਦੀਆਂ, ਬਿਲਕੁਲ ਜ਼ਮੀਨੀ ਹਕੀਕਤ ਕੀ ਹੈ। ਰੌਲਾ ਤਾਂ ਢਿੱਲੋਂ ਸਾਹਿਬ ਗੱਲ ਤੁਹਾਡੇ ਵਾਲੀ ਗੱਲ ਨਾਲ ਮੈਂ ਬੜਾ ਸਹਿਮਤ ਹਾਂ ਕਿ ਕਾਨੂੰਨ ਦੇ ਤੁਸੀਂ ਪੜ੍ਹਦੇ ਦਿਨ ਵੇਖ ਲਿਆ, ਸੂਰਜ ਕਿੰਨੇ ਵੇਲੇ ਚੜ੍ਹ ਗਿਆ। ਹੁਣ ਦੇਖੋ ਕਿਸਾਨਾਂ ਦੀ ਗੱਲ ਹੀ ਲੈ ਲਓ, ਤੁਸੀਂ ਕੰਬਾਈਨਾਂ ਕਹਿਤੀਆਂ ਸਵੇਰੇ 8 ਵਜੇ ਤੋਂ ਸ਼ਾਮ ਨੂੰ 5 ਵਜੇ ਤੱਕ। ਹਾਂ ਢਿੱਲੋਂ ਸਾਹਿਬ ਇੱਕ ਦੱਸੋ, 8 ਵਜੇ ਤਾਂ ਨਾੜ ਪੂਰਾ ਚੀੜਾ ਹੁੰਦਾ ਕਣਕ ਦਾ, ਵੱਢਦੀ ਨਹੀਂ। ਮੈਂ ਗਿਆ ਗੱਲ ਕੀਤੀ, ਚਲੋ ਜੋਗਾ ਸਾਹਿਬ ਨੇ ਵੀ ਹਾਂ ਦਾ ਨਾਰਿਆ ਬਈ 10 ਵਜੇ ਤੋਂ ਲੈ ਕੇ ਸ਼ਾਮ ਦੇ 10 ਵਜੇ ਤੱਕ ਕਰ ਦਿਓ, ਕਿਉਂਕਿ ਕੰਬਾਈਨਾਂ ਰਾਤ ਨੂੰ ਕਣਕ ਹਾੜੀ 'ਚ 10 ਵਜੇ ਤੱਕ ਸਵੇਰੇ ਤਾਂ ਤਰੇਲ ਪਈ ਹੁੰਦੀ ਹੈ, ਕਈ ਵਾਰ ਤਰੇਲ ਪਈ ਹੁੰਦੀ ਹੈ, ਜਦੋਂ ਆ ਮੌਸਮ ਹੈਗਾ ਤੁਹਾਡਾ ਇਹਦਾ ਵਾਲਾ ਬਰਸਾਤ ਦੇ ਮੌਸਮ ਹੈ, ਤਰੇਲ ਪਈ ਹੁੰਦੀ ਹੈ। ਉਹ ਵੀ ਢਿੱਲੋਂ ਸਾਹਿਬ 8-9 ਵਜੇ ਤੋਂ ਪਹਿਲਾਂ ਵੈਸੇ ਨਹੀਂ। ਬਿਲਕੁਲ। ਮੈਂ ਗੱਲ ਕਹਿੰਦਾ ਕਿ ਏਸੀ ਦੇ ਕਮਰਿਆਂ ਵਿੱਚ ਬਹਿ ਕੇ ਜਿਹੜੀ ਹੈ ਨਾ, ਉਹ ਕਾਨੂੰਨ ਨਹੀਂ ਬਣਨੇ ਚਾਹੀਦੇ। ਲੋਕ ਗੱਲ ਜਿਹੜੀ ਹੈ ਹਿੱਤ ਦੀ ਕਰਨੀ ਹੈ ਤੇ ਤੁਹਾਨੂੰ ਲੋਕਾਂ 'ਚ ਵਿਚਰਨਾ ਪੈਣਾ ਹੈ। ਬਿਲਕੁਲ ਲੋਕਾਂ ਦੀ ਗੱਲ ਕਰਨੀ ਪੈਣੀ ਹੈ। ਤੇ ਢਿੱਲੋਂ ਸਾਹਿਬ ਜਦੋਂ ਕਹਿੰਦੇ ਕਈ ਵਾਰੀ ਬਹੁਤ ਵੱਡਾ, ਜਿਵੇਂ ਬੱਚੀ ਗਈ ਹੈ ਐਡਾ ਸਫ਼ਰ ਕਰਕੇ, ਨੁਕਸਾਨ ਵੀ ਸੇਵਾ, ਇਹ ਤਾਂ ਪੇਟ ਪਿੱਛੇ ਕੰਮ ਕਰਦੀ ਗਈ। ਸਾਡਾ ਇੱਕ ਨੌਜਵਾਨ ਲੋਕਾਂ ਦੇ ਪੇਟਾਂ ਦੀ ਸੇਵਾ ਕਰਦਾ ਚਲਾ ਗਿਆ, ਲੋਕਾਂ ਦੇ ਪੇਟਾਂ ਦੀ ਅੱਗ ਬੁਝਾਉਂਦਾ ਚਲਾ ਗਿਆ। ਦੇਖੋ ਕੱਲ ਦੀ ਇਹ ਬੜੀ ਮਨਹੂਸ ਖਬਰ ਹੈ। ਇਸ ਵਿਛੜ ਗਏ ਸੱਜਣ ਦਾ ਨਾਂ ਇੰਦਰਜੀਤ ਸਿੰਘ ਜੀ, ਔਰ ਇੰਦਰਜੀਤ ਸਿੰਘ ਕਿੱਥੋਂ ਦਾ ਰਹਿਣ ਵਾਲਾ ਹੈ ਜੀ? ਦੇਹਰਾਦੂਨ। ਉਹਦਾ ਐਕਸੀਡੈਂਟ ਕਿੱਥੇ ਹੁੰਦਾ ਹੈ? ਬਾਜੇਖਾਨੇ। ਨਾ ਇੱਥੇ ਉਹਦੀ ਕੋਈ ਰਿਸ਼ਤੇਦਾਰੀ ਹੈ, ਨਾ ਕੋਈ ਭਾਈਚਾਰਾ ਹੈ, ਲੇਕਿਨ ਇੱਕ ਜਿਹੜੀ ਲਿਲ ਹੈ ਕਿ ਮਨੁੱਖਤਾ ਦੀ ਸੇਵਾ ਕਰ ਰਹੀ ਹੈ। ਇਹ ਸੱਜਣ ਖਾਲਸਾ ਏਡ ਦੇ ਨਾਲ ਜੁੜੇ ਹੋਏ ਸੀ ਜੀ, ਇੰਦਰਜੀਤ ਸਿੰਘ। ਔਰ ਇੱਥੇ ਆ ਕੇ ਇਹ ਜਿਹੜੇ ਜਿਹਨਾਂ ਨੂੰ ਅਸੀਂ ਕਹਿੰਦੇ PPE ਕਿਟਸ ਜੀ, ਜਿੱਥੇ ਲੋੜ ਸੀਗੀ, ਚਾਹੇ ਪੁਲਿਸ ਵਾਲੇ ਹੋਣ, ਚਾਹੇ ਮੈਡੀਕਲ ਸਟਾਫ ਵਾਲੇ ਹੋਣ, ਉਹਨਾਂ ਨੂੰ PPE ਕਿਟਸ, ਜਿਹੜੇ ਲੋੜਵੰਦ ਸੀਗੇ ਉਹਨਾਂ ਨੂੰ ਰਾਸ਼ਨ, ਸੁੱਕਾ ਰਾਸ਼ਨ ਮੁਹੱਈਆ ਕਰਵਾਉਣਾ ਜੀ, ਦੁੱਧ ਮੁਹੱਈਆ ਕਰਵਾਉਣਾ। ਕਈ ਥਾਵਾਂ ਤੇ ਜਿੱਥੇ ਕੋਈ ਇਹ ਸਰਵਿਸ ਮਿਲ ਜਾਂਦੀ ਕਿ ਬੀਬੀਆਂ ਲੰਗਰ ਬਣਾਉਣ ਵਾਸਤੇ ਸੇਵਾ ਦੇ ਸਕਦੀਆਂ, ਉੱਥੇ ਤਿਆਰ ਲੰਗਰ ਵੀ ਤਕਸੀਮ ਕਰਨ ਵਾਲੀ ਇਹ ਡਿਊਟੀ ਨਿਭਾਉਂਦੇ ਸੀ। ਫਰੀਦਕੋਟ ਜ਼ਿਲ੍ਹੇ ਦੇ ਵਿੱਚ ਇਹ ਆਪਣੀ ਡਿਊਟੀ ਨਿਭਾਉਣ ਤੋਂ ਬਾਅਦ ਜੀ ਬਠਿੰਡੇ ਵੱਲ ਨੂੰ ਆ ਰਹੇ ਸੀ। ਜਦੋਂ ਬਠਿੰਡੇ ਵੱਲ ਨੂੰ ਆ ਰਹੇ ਸੀ ਤੇ ਕੋਟਕਪੂਰੇ ਤੋਂ ਵਾਜਾਖਾਨਾ ਰਸਤੇ ਦੇ ਵਿੱਚ ਇੱਕ ਥਾਂ ਦੇ ਉੱਤੇ ਕੀ ਹੋਇਆ, ਬਾਰਿਸ਼ ਪਈ ਸੀ, ਤੁਹਾਨੂੰ ਪਤਾ ਪਰਸੋਂ ਸ਼ਾਮ ਨੂੰ ਬਾਰਿਸ਼ ਪਈ। ਸੜਕ ਦੇ ਦਰਮਿਆਨ ਕਿਤੇ ਖੱਡਾ ਸੀ, ਨਵੀਆਂ ਬੰਬਾਂ ਵਾਲੀਆਂ ਸੜਕਾਂ ਤੇ ਉਹ ਖੱਡਾ ਸੀ। ਖੱਡਾ ਪਾਣੀ ਨਾਲ ਭਰਿਆ ਹੋਇਆ ਸੀ। ਉਹ ਅਸੈਸ ਹੀ ਨਹੀਂ ਕਰ ਸਕੇ ਕਿ ਇਹ ਕਿੰਨਾ ਡੂੰਘਾ ਹੋ। ਗੱਡੀ ਸੀ, ਵੱਡੀ ਗੱਡੀ ਸੀ, ਆਪਦੀ ਦੱਬੀ ਤੁਰਿਆ। ਜਦੋਂ ਉਹ ਡੂੰਘੇ ਖੱਡੇ ਦੇ ਵਿੱਚ ਗੱਡੀ ਦਾ ਟਾਇਰ ਵੱਜਿਆ, ਉੱਤੇ ਲੱਗੀ, ਉਹ ਅਸੰਤੁਲਿਤ ਹੋ ਗਈ। ਅਸੰਤੁਲਿਤ ਹੋ ਕੇ ਉਹ ਗੱਡੀ ਡਿਵਾਈਡਰ ਤੇ ਚੜ ਗਈ। ਇੰਦਰਜੀਤ ਸਿੰਘ ਦੀ ਮੌਕੇ ਦੀ ਮੌਤ ਹੋ ਗਈ। ਮਤਲਬ ਹਸਪੀਟਲ ਪਹੁੰਚਾਤਾ ਸੀ, ਹਸਪੀਟਲ ਦੇ ਵਿੱਚ ਲੈ ਕੇ ਡੈਡ ਕੋਸ਼ਿਸ਼ ਕੀਤੀ ਡਾਕਟਰਾਂ ਨੇ, ਜਿਵੇਂ ਕਰ ਦਿੰਦੇ, ਲੇਕਿਨ ਡੈਡ ਡਿਕਲੇਅਰ ਵਾਲੀ ਗੱਲ ਹੀ ਸੀਗੀ। ਨਾਲ ਦਾ ਸਾਥੀ ਬਹੁਤ ਗੰਭੀਰ ਜਿਹੜਾ ਜ਼ਖਮੀ ਹੈ। ਜਦੋਂ ਆਪਾਂ ਖਾਲਸਾ ਏਡ ਦੀ ਗੱਲ ਕਰਦੇ ਹਾਂ, ਇਹਦੇ ਖਾਲਸਾ ਏਡ ਨੇ ਉਹ ਕਿਹੜੀ ਥਾਂ ਹੈ ਜਿੱਥੇ ਉਹ ਗਏ ਨਹੀਂ, ਜਿੱਥੇ ਉਹ ਨਹੀਂ ਗਏ।
ਉਹਨਾਂ ਥਾਵਾਂ ਤੇ ਦੁਰਲਭ ਥਾਵਾਂ ਤੇ ਜਿੱਥੇ ਕੋਈ ਬੰਦਾ ਪਹੁੰਚ ਨਹੀਂ ਸਕਦਾ ਉੱਥੇ ਵੀ ਗਏ। ਪਿਛਲੇ ਦਿਨਾਂ ਦੇ ਵਿੱਚ ਮੈਂ ਇੱਕ ਇੰਟਰਵਿਊ ਸੁਣੀ ਸੀ ਬਲਵੰਤ ਸਿੰਘ ਰਾਮੂਵਾਲੀਆ ਦੀ ਜੀ। ਬਲਵੰਤ ਸਿੰਘ ਰਾਮੂਵਾਲੀਆ ਗੱਲ ਤਾਂ ਕਰਦਾ ਸੀ, ਉਹਨੂੰ ਸਵਾਲ ਕੀਤਾ ਸੀ ਕਿਸੇ ਟੀਵੀ ਚੈਨਲ ਵਾਲੇ ਨੇ ਕਿ ਜਿਹੜੇ ਸਰਦਾਰ ਸੁਖਬੀਰ ਸਿੰਘ ਬਾਦਲ ਹੈ ਅਕਾਲੀ ਦਲ ਦੇ ਪ੍ਰਧਾਨ ਜੀ, ਉਹਨਾਂ ਨੇ ਮੰਗ ਕੀਤੀ ਹੈ ਸਾਡੇ ਭਾਈਚਾਰੇ ਤੋਂ ਕਿ ਜੀ ਲੰਗਰ ਦੀ ਸੇਵਾ ਵਾਸਤੇ ਰਸ ਛੇਤੀ ਤੋਂ ਛੇਤੀ ਭੇਜੋ ਆਪਣੇ ਦਰਬਾਰ ਸਾਹਿਬ 'ਚ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੇ ਨਾਲ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਵੀ ਇਹ ਕੀਤੀ ਹੈ ਜੀ। ਉਹ ਕਹਿੰਦੇ ਵੀ ਤੁਸੀਂ ਦੱਸੋ ਵੀ ਰਾਮੂਵਾਲੀਆ ਸਾਹਿਬ ਇਹਦੇ ਬਾਰੇ ਕੀ ਕਹਿਣਾ। ਰਾਮੂਵਾਲੀਆ ਤੁਹਾਨੂੰ ਪਤਾ ਵੀ ਆਪਣੀ ਜ਼ੁਬਾਨ ਗੱਲ ਕਹਿਣ ਦਾ ਉਹਨੂੰ ਵੱਲ ਹੈ, ਜ਼ੁਬਾਨ ਦਾ ਧਨੀ ਹੈ। ਉਹ ਕਹਿੰਦਾ ਵੀ ਗੱਲ ਇਹ ਹੈ ਵੀ ਜਿਹੜੇ ਬੰਦੇ ਨੇ ਕੁਛ ਆਪ ਕੀਤਾ ਹੋਵੇ ਦਾਨ ਉਹ ਤਾਂ ਗੱਲ ਕਰੇ। ਹੁਣ ਆਪ ਵਾਲੀ ਗੱਲ ਤਾਂ ਸਾਹਮਣੇ ਆ ਗਈ ਜੀ ਕਿ ਹੁਣ ਕਰੋਨਾ ਦਾ ਜਦੋਂ ਲੋਕ ਸ਼ਿਕਾਰ ਹੋ ਰਹੇ ਹੈ ਉਦੋਂ ਵੱਧ ਤੋਂ ਵੱਧ ਇਹਨਾਂ ਨੂੰ ਮਦਦ ਦਿਓ ਜੀ। ਤਨਖਾਹਾਂ ਦੇ ਵਿੱਚ ਕਹਿੰਦੇ ਜੀ 33% ਅਸੀਂ ਕੱਟ ਲਾ ਲਾਂਗੇ। ਉਹ ਲਾਤੀ, ਚਲੋ ਤਾਂ ਤੋਂ ਪ੍ਰਧਾਨ ਮੰਤਰੀ ਸਾਹਿਬ ਨੇ ਫੈਸਲਾ ਕਰਤਾ, ਪਾਰਲੀਮੈਂਟ ਦੇ ਸਾਰੇ ਮੈਂਬਰ ਆਉਣਗੇ। ਲੇਕਿਨ ਜੇ ਅਸੀਂ ਬਾਦਲ ਪਰਿਵਾਰ ਦੀ ਗੱਲ ਦੇਖੀਏ, ਵੱਡੇ ਬਾਦਲ ਸਾਹਿਬ 5 ਵਾਰੀ ਪੰਜਾਬ ਦੇ ਮੁੱਖ ਮੰਤਰੀ ਰਹੇ ਹੈ ਜੀ, ਬੜੇ ਵਾਰੀ ਹੋ ਰਹੇ ਹੈ, MLA ਵੀ ਰਹੇ ਹੈ, MP ਵੀ ਰਹੇ ਹੈ। ਉਹਨਾਂ ਦੀ ਪੈਨਸ਼ਨ ਮੇਰਾ ਖਿਆਲ ਹੈ ਵੀ ਘੱਟੋ ਘੱਟ 8-7 ਲੱਖ ਰੁਪਇਆ ਹੋਣੀ ਹੈ। ਸੁਖਬੀਰ ਸਿੰਘ ਬਾਦਲ ਦੀ ਵੀ ਪੈਨਸ਼ਨ ਹੈਗੀ ਹੈ, ਤਨਖਾਹ ਹੈਗੀ ਹੈ, ਕਿਉਂਕਿ ਉਹ MLA ਵੀ ਰਹੇ ਹੈ, ਉਹ ਪਾਰਲੀਮੈਂਟ ਦੇ ਵੀ ਮੈਂਬਰ ਰਹੇ ਹੈ ਜੀ। ਬੀਬਾ ਹਰਸਿਮਰਤ ਕੌਰ ਬਾਦਲ ਵੀ ਦੂਜੀ ਵਾਰੀ ਪਾਰਲੀਮੈਂਟ ਦੇ ਮੈਂਬਰ ਬਣ ਗਏ, ਇਹਨਾਂ ਦੀ ਵੀ ਪੈਨਸ਼ਨ ਆਉਂਦੀ ਹੈ। ਪਿਛਲੇ ਦਿਨਾਂ ਦੇ ਵਿੱਚ ਇੱਕ TV ਪ੍ਰੋਗਰਾਮ ਦੇ ਵਿੱਚ ਪੁੱਛ ਲਿਆ ਵੀ ਜੀ ਤੁਸੀਂ ਆਪਣੀ ਜਿਹੜੀ ਇਸ ਕਿਸਮ ਦੀ ਕਮਾਈ ਹੈ ਉਹਦੇ 'ਚ ਕੁਛ ਦਿੱਤਾ ਜੀ, ਤੇ ਬਾਦਲ ਸਾਹਿਬ ਨੇ ਸਿਰ ਫੇਰਤਾ ਵੀ ਨਹੀਂ, ਮੈਂ ਤਾਂ ਬਸ ਉਹ ਤਨਖਾਹ ਘਟਾਤੀ ਸੀ। ਉਹ ਕਹਿੰਦੇ ਵੀ ਆਹ ਗੱਲ ਨਹੀਂ, ਤੇ ਉਹਦਾ ਜ਼ਿਕਰ ਕੀਤਾ ਫਿਰ ਰਾਮੂਵਾਲੀਆ ਨੇ। ਰਾਮੂਵਾਲੀਆ ਕਹਿੰਦਾ ਵੀ ਜਦੋਂ ਸੀਰੀਆ ਦੇ ਵਿੱਚ ਗੜਬੜ ਚੱਲਦੀ ਸੀ ਜੀ, IS ਦੀ, ਤੇ ਮਿਸਟਰ ਬਗਦਾਦੀ ਉਹਨਾਂ ਦਾ ਮੁਖੀਆ ਸੀ ਜਿਹੜਾ ਹੁਣ ਮਾਰਿਆ ਵੀ ਗਿਆ, ਤੇ ਉਦੋਂ ਕਿਸੇ ਨੇ ਸ਼ਿਕਾਇਤ ਕੀਤੀ ਕਿ ਇੱਥੇ ਸਿੱਖ ਫਿਰਦੇ ਹੈ ਜੀ, ਇਹ ਜਿਹੜੇ ਲੋਕ ਆ ਕਿ ਕੁਝ ਸਿੱਖਾਂ ਦੀ ਸ਼ਕਲ ਇਸ ਕਿਸਮ ਦੀ ਹੈ ਵੀ ਇਹਨਾਂ ਦਾ। ਤੇ ਬਗਦਾਦੀ ਨੇ ਕਿਹਾ ਸੀ, ਕਹਿੰਦਾ ਵੀ ਗੱਲ ਸੁਣੋ, ਇਹ ਗੁਰੂ ਦੇ ਸਿੰਘ ਹੈ, ਇਹਨਾਂ ਵੱਲ ਝਾਕਣਾ ਨਹੀਂ ਕਿਸੇ ਨੇ, ਇਹ ਭੁੱਖਿਆਂ ਦੇ ਮੂੰਹ ਦੇ ਵਿੱਚ ਰੋਟੀ ਪਾਉਂਦੇ ਜੀ, ਖਾਣਾ ਪਾਉਂਦੇ ਆ, ਉਹ ਚਾਹੇ ਸਾਡੇ ਦੁਸ਼ਮਣ ਹੈ ਚਾਹੇ ਸਾਡੇ ਦੋਸਤ ਹੈ। ਸਾਡੇ ਬੰਦੇ ਵੀ ਜਦੋਂ ਲੜਦੇ ਹੈ ਜੇ ਉਹਨਾਂ ਨੂੰ ਮਿਲ ਜਾਣ ਤਾਂ ਉਹ ਉਹਨਾਂ ਨੂੰ ਵੀ ਖਾਣਾ ਦਿੰਦੇ। ਇਹ ਉਹ ਕੌਣ ਸੀ ਜੀ ਬੰਦੇ? ਖਾਲਸਾ ਏਡ ਵਾਲੇ ਜੀ। ਹੁਣ ਉਹ ਖਾਲਸਾ ਏਡ ਵਾਲੇ ਜਿਹੜੇ ਇੰਨੀ ਸੇਵਾ ਕਰਦੇ ਹੈ, ਇਹ ਵੀਰ ਇੰਦਰਜੀਤ ਸਿੰਘ ਉਹਨਾਂ ਦੇ ਨਾਲ ਅਟੈਚ ਸੀ, ਵਿਛੋੜਾ ਦੇ ਗਏ, ਬੜੀ ਬੇਵਕਤੀ ਮੌਤ ਹੈ, ਨੌਜਵਾਨ ਸੀਗਾ ਆਪਣੇ ਮਾਪਿਆਂ ਦਾ। ਹਾਂਜੀ, ਪਰ ਸਵਾਲ ਵੱਡੀ ਗੱਲ ਹੈ ਕਿ ਉਹਨੇ ਅਸਲ ਦੇ ਵਿੱਚ ਮੈਂ ਜੇ ਕਹੂੰਗਾ ਤੇ ਕਰੋਨਾ ਦੇ ਸ਼ਹੀਦਾਂ ਦੇ ਵਿੱਚ ਉਹਨੇ ਆਪਣਾ ਨਾਂ ਲਿਖਾਇਆ, ਦਰਜ ਕਰਾਤਾ। ਬਿਲਕੁਲ ਬਿਲਕੁਲ, ਕਿਉਂਕਿ ਉਹਨੇ ਆਪਣੇ ਕੋਈ ਨਿਰਸਵਾਰਥ ਹੋ ਕੇ ਸੇਵਾ ਕਰ ਰਿਹਾ ਸੀ। ਜਿਵੇਂ ਦੂਜੇ ਲੋਕ ਲੜਦੇ ਹੈ ਫਰੰਟ ਦੇ ਉੱਤੇ ਆ ਕੇ, ਅਸਲ ਦੇ ਵਿੱਚ ਤਾਂ ਫਰੰਟ ਤੇ ਉਹ ਲੜਦਾ ਸੀ ਦੂਜੇ ਰਾਜ ਚੋਂ, ਉੱਤਰਾਖੰਡ ਤੋਂ, ਦੇਹਰਾਦੂਨ ਚੋਂ ਇੱਥੇ ਆ ਕੇ ਸੇਵਾ ਕਰਦਾ ਸੀ ਜੀ ਜੀ। ਚਲੋ ਸਭ ਮੱਧ ਪ੍ਰਦੇਸ਼ ਦੀ ਵੀ ਗੱਲ ਚੱਲ ਰਹੀ ਹੈ, ਉੱਥੇ ਮੰਤਰੀ ਮੰਡਲ ਦਾ ਵਿਸਥਾਰ ਹੋ ਰਿਹਾ। ਨਾਲ ਹੀ ਆਪਾਂ ਗੱਲ ਕਰੀਏ ਇੰਦੌਰ ਦੇ ਵਿੱਚ ਵੀ ਕੁਛ ਸਾਡੇ ਦੋਸਤ ਆਪਣੇ ਪੰਜਾਬ ਦੇ ਵਸੇ ਨੇ, ਪਰ ਉਹਨਾਂ ਫਸੇ ਹੋਏ ਨੇ, ਉਹਨਾਂ ਦੀ ਗੱਲ ਬਾਅਦ 'ਚ ਕਰਾਂਗੇ। ਪਹਿਲਾਂ ਮੰਤਰੀ ਮੰਡਲ ਦੇ ਵਿਸਥਾਰ ਬਾਰੇ ਚਰਚਾ। ਦੇਖੋ ਜੀ, ਮੰਤਰੀ ਮੰਡਲ ਦਾ ਵਿਸਥਾਰ ਜਿਹੜਾ ਬੜੇ ਲੰਬੇ ਸਮੇਂ ਤੋਂ ਉਡੀਕਿਆ ਸੀ, ਲਗਭਗ ਮੇਰੇ ਖਿਆਲ ਵੀ ਮਹੀਨਾ ਸਵਾ ਮਹੀਨਾ ਜਦੋਂ ਕਮਲ ਨਾਥ ਦੀ ਸਰਕਾਰ ਗਈ ਹੈ ਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੀ ਹੈ ਜੀ। ਕਮਲਨਾਥ ਦੀ ਸਰਕਾਰ ਦਾ ਜਾਣਾ ਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਨ ਦਾ ਕਾਰਨ ਇੱਕੋ ਇੱਕ ਹੈ ਜੀ ਕਿ ਮਿਸਟਰ ਜੋਤਿਰਾਦਿੱਤਿਆ ਸਿੰਧੀਆ ਕਾਂਗਰਸ ਪਾਰਟੀ ਦਾ ਵੱਡਾ ਲੀਡਰ ਸੀ, ਜਨਰਲ ਸਕੱਤਰ ਸੀ ਆਲ ਇੰਡੀਆ ਲੈਵਲ ਤੇ, ਔਰ ਉੱਤਰ ਪ੍ਰਦੇਸ਼ ਦੇ ਵਿੱਚ ਮੱਧ ਪ੍ਰਦੇਸ਼ ਦੇ ਵਿੱਚ ਤਾਂ ਉਹਨੂੰ ਬਹੁਤ ਜ਼ਿਆਦਾ ਸਤਿਕਾਰ ਦਿੰਦੇ ਸੀ, ਕਾਂਗਰਸੀ ਮਹਾਰਾਜਾ ਸਾਹਿਬ ਕਹਿੰਦੇ ਹੁੰਦੇ ਸੀ ਜੀ ਜੀ। ਉਸ ਬੰਦੇ ਨੇ ਕਾਂਗਰਸ ਪਾਰਟੀ ਨੂੰ ਫਤਿਹ ਬੁਲਾਤੀ ਔਰ ਉਹ ਭਾਰਤੀ ਜਨਤਾ ਪਾਰਟੀ ਨਾਲ ਰਲ ਗਿਆ ਸੀ। ਕਿਹਾ ਗਿਆ ਕਿ ਉਹਦੇ ਨਾਲ ਸਮਝੌਤਾ ਇਹ ਹੋਇਆ ਸੀ ਕਿ ਉਹਨੂੰ ਰਾਜ ਸਭਾ 'ਚ ਭੇਜ ਕੇ ਜੀ ਕੇਂਦਰ ਦੇ ਵਿੱਚ ਵਜ਼ੀਰ ਬਣਾ ਦੇਣਗੇ। ਲੇਕਿਨ ਆ ਕਰੋਨਾ ਵਾਲੀ ਜਿਹੜੀ ਪ੍ਰੋਬਲਮ ਆ ਗਈ, ਇਹਦੀ ਵਜ੍ਹਾ ਕਾਰਨ ਸਾਰੀਆਂ ਚੋਣਾਂ ਮੁਲਤਵੀ ਹੋ ਗਈਆਂ। ਮੱਧ ਪ੍ਰਦੇਸ਼ ਦੀ ਜਿਹੜੀ ਰਾਜ ਸਭਾ ਦੀ ਚੋਣ ਹੋਣੀ ਸੀ, ਵਿਧਾਨ ਸਭਾ ਦੇ ਮੈਂਬਰਾਂ ਨੇ ਕਰਨੀ ਸੀ, ਉਹ ਵੀ ਵਿੱਚੇ ਲਟਕ ਗਈ, ਹੋਰ ਵੀ ਲਟਕ ਗਈਆਂ। ਇਸ ਕਰਕੇ ਉਹ ਤਾਂ ਹੁਣ ਤੱਕ ਕੁਝ ਬਣ ਨਹੀਂ ਸਕਿਆ। ਉਹਦਾ ਡੇ 1 ਤੋਂ ਇਹ ਪ੍ਰੈਸ਼ਰ ਸੀ ਕਿ ਸ਼ਿਵਰਾਜ ਸਿੰਘ ਚੌਹਾਨ ਨੂੰ ਮੁੱਖ ਮੰਤਰੀ ਦਾ ਤੁਸੀਂ ਬਣਾ ਦਿੱਤਾ ਹੈ ਜੀ, ਲੇਕਿਨ ਮੇਰੇ ਖੇਮੇ ਦੇ ਜਿਹੜੇ 6 ਵਜ਼ੀਰ ਕਮਲਨਾਥ ਦੀ ਸਰਕਾਰ ਦੇ ਵਿੱਚੋਂ ਅਸਤੀਫਾ ਦੇ ਕੇ ਆਏ ਹੈ, ਘੱਟੋ ਘੱਟ ਤੁਸੀਂ ਉਹਨਾਂ ਸਾਰਿਆਂ ਨੂੰ 6 ਦੇ 6 ਨੂੰ ਵਜ਼ੀਰ ਬਣਾ ਜੀ। ਕੋਸ਼ਿਸ਼ ਉਹਦੀ ਇਹ ਸੀ ਕਿ 10 ਮੰਤਰੀ ਤਾਂ ਬਣਾ ਹੀ ਦੇਣਾ,
10-12 ਬਣਾ ਦਿਓ, 10-12 ਦੇ ਵਿੱਚੋਂ 6 ਮੇਰੇ ਬਣ ਜਾਣਗੇ ਜੀ। ਬਾਕੀ ਉਹਦੇ ਤੇ ਕੱਲ ਨੂੰ ਚੋਣਾਂ ਆਉਣਗੇ, ਕਿਉਂਕਿ ਜਿਨ੍ਹਾਂ ਲੋਕਾਂ ਨੇ ਅਸਤੀਫੇ ਦਿੱਤੇ ਉਹਨਾਂ ਨੂੰ ਫਿਰ ਜ਼ਿਮਨੀ ਚੋਣਾਂ ਦਾ ਸਾਹਮਣਾ ਕਰਨਾ ਪੈਣਾ। ਉਹ ਜ਼ਿਮਨੀ ਚੋਣਾਂ ਦੇ ਵਿੱਚ ਜੇ ਵਜ਼ੀਰ ਹੋਣਗੇ ਤੇ ਦੂਜਿਆਂ ਨੂੰ ਵੀ ਇਸ ਗੱਲ ਦਾ ਹੋਊਗਾ, ਲੋਕਾਂ ਨੂੰ ਵੀ ਹੋਊਗਾ ਕਿ ਭਾਈ ਉਧਰੋਂ ਛੱਡ ਕੇ ਆਏ ਤੇ ਇੱਧਰ ਬਣ ਗਏ ਹੈ, ਤੇ ਜੇ ਆਪਾਂ ਇਹਨਾਂ ਨੂੰ ਵੋਟਾਂ ਪਾਵਾਂਗੇ ਤਾਂ ਇਹ ਸੱਤਾਧਾਰੀ ਧਿਰ ਦੇ ਤੇ ਆਪਣੀ ਕੋਈ ਡਿਵੈਲਪਮੈਂਟ ਕਰਾਉਣਗੇ ਜੀ। ਅਗਰ ਸੱਤਾਧਾਰੀ ਧਿਰ ਨੇ ਉਹਨਾਂ ਦੀ ਕੀਮਤ ਨਾ ਪਾਈ ਜੀ ਤਾਂ ਕੁਦਰਤੀ ਤੌਰ ਤੇ ਉਹ ਵੀ ਨਿਰਾਸ਼ ਹੋਣਗੇ ਤੇ ਉਹਨਾਂ ਦੇ ਵੋਟਰ ਵੀ ਨਿਰਾਸ਼ ਹੋਣਗੇ ਜੀ। ਦੂਜੀ ਗੱਲ ਜਿਹੜੇ ਉੱਥੇ ਕਮਲਨਾਥ ਤੇ ਦਿਗਵਿਜੇ ਸਿੰਘ ਦੀ ਜੋੜੀ ਹੈ, ਇਹ ਜੋੜੀ ਕੱਚੀ ਖਿਡਾਰੀ ਨਹੀਂ ਜੀ। ਇਹ ਠੀਕ ਹੈ ਕਿ ਦਲ ਬਦਲੀ ਹੋ ਗਈ, 22-24 ਬੰਦੇ ਛੱਡ ਕੇ ਚਲੇ ਗਏ, ਲੇਕਿਨ ਜਿਹੜੀਆਂ ਸਮੱਸਿਆਵਾਂ ਉਦੋਂ ਖੜੀਆਂ ਸੀ ਉਹਨਾਂ ਦੇ ਸਾਹਮਣੇ, ਉਹ ਸ਼ਿਵਰਾਜ ਸਿੰਘ ਚੌਹਾਨ ਦੇ ਸਾਹਮਣੇ ਵੀ ਖੜੀਆਂ ਸੀ, ਉਹ ਵੀ ਆਪਣੀ ਜੁਗਲਬੰਦੀ ਦੇ ਵਿੱਚ ਲੱਗੇ ਹੋਏ ਆ ਕਿ ਕਿਸੇ ਨਾ ਕਿਸੇ ਤਰੀਕੇ ਅਸੀਂ ਸਰਕਾਰ ਦੁਬਾਰਾ ਫੇਰ ਬਣਾਉਣੀ ਹੈ ਤੇ ਜਿਹੜੀਆਂ 22-24 ਸੀਟਾਂ ਤੇ ਇਲੈਕਸ਼ਨ ਹੋਣੀ ਹੈ ਉੱਥੇ ਅਸੀਂ ਘੱਟੋ ਘੱਟ ਜਿਹੜੇ ਡਿਫੈਕਸ਼ਨ ਕਰਕੇ ਗਏ ਆ ਉਹਨਾਂ ਨੂੰ ਜ਼ਰੂਰ ਹਰਾਈਏ ਜੀ। ਔਰ ਭਾਰਤੀ ਜਨਤਾ ਪਾਰਟੀ ਨੇ ਉਹਨਾਂ ਦੇ ਮੁਕਾਬਲੇ ਤੇ ਜਿਨ੍ਹਾਂ ਬੰਦਿਆਂ ਨੂੰ ਟਿਕਟਾਂ ਦਿੱਤੀਆਂ ਸੀ ਉਹਨਾਂ ਨੂੰ ਤਾਂ ਹੁਣ ਟਿਕਟਾਂ ਮਿਲੀਆਂ ਨਹੀਂ ਜੀ। ਜੇ ਉਹਨਾਂ ਨੂੰ ਟਿਕਟਾਂ ਨਾ ਮਿਲੀਆਂ ਤੇ ਫਿਰ ਉਹ ਵੀ ਇਸ ਗੱਲ ਦਾ ਹੁੰਦਾ ਕਿ ਸਾਡਾ ਹੱਕ ਇਹਨਾਂ ਨੇ ਮਾਰਿਆ, ਉਹ ਉਹਨਾਂ ਦੀ ਮਦਦ ਕਰਦੇ ਆ ਜਾਂ ਨਹੀਂ ਕਰਦੇ। ਮੰਨ ਲਓ ਕਿਸੇ ਨੂੰ ਜੇ 2-4 ਨੂੰ ਵਿੱਚੋਂ ਮਿਲ ਵੀ ਜਾਂਦੀਆਂ ਟਿਕਟਾਂ ਤੇ ਇਧਰੋਂ ਫਿਰ ਜਦੋਂ ਜਿਹੜੇ ਆਪਦੀ ਪਾਰਟੀ ਛੱਡ ਕੇ ਗਏ ਤੇ ਉਹ ਵੀ ਨਿਰਾਸ਼ ਹੋਣਗੇ ਵਗੈਰਾ ਵਗੈਰਾ। ਸੋ ਸਿੰਧੀਆ ਦਾ ਉਦੋਂ ਤੋਂ ਦਬਾਅ ਸੀ ਕਿ ਜੀ ਤੁਸੀਂ ਛੇਤੀ ਕਰੋ ਤੇ ਛੇਤੀ ਕਰਕੇ ਕਿਹੜਾ ਮੰਤਰੀ ਮੰਡਲ ਬਣਾਓ ਜੀ। ਕਿਸੇ ਨੇ ਗੱਲ ਨਹੀਂ ਸੁਣੀ। ਅਖੀਰ ਉਹਨੇ ਅਮਿਤ ਸ਼ਾਹ ਜੀ ਦੇ ਰਾਹੀਂ ਉਹ ਗਿਆ ਸੀ, ਉਹਦੇ ਨਾਲ ਗੱਲ ਕੀਤੀ, JP ਨੱਡਾ ਸਾਹਿਬ ਨਾਲ ਗੱਲ ਕੀਤੀ ਜਿਹੜੇ BJP ਦੇ ਹੁਣ ਪ੍ਰਧਾਨ ਹੈਗੇ ਜੀ, ਤੇ ਫਿਰ ਅਚਨਚੇਤ ਫੈਸਲਾ ਹੋ ਗਿਆ ਜੀ ਕੱਲ ਕੈਬਨਿਟ ਦੀ ਐਕਸਪੈਂਸ਼ਨ ਹੋ ਗਈ, ਵਿਸਥਾਰ ਹੋ ਗਿਆ ਜੀ। ਲੇਕਿਨ ਮੰਤਰੀ ਕੈਬਨਿਟ ਹੈ ਜੀ ਸਿਰਫ 5। ਪੰਜਾਂ ਦੇ ਵਿੱਚੋਂ 3 ਜਿਹੜੇ ਹੈਗੇ ਭਾਰਤੀ ਜਨਤਾ ਪਾਰਟੀ ਦੇ ਪੱਕੇ ਤੇ 2 ਬਣਾਤੇ ਉਹਨਾਂ ਚੋਂ ਜੀ ਜੋ ਉੱਤਰ ਦਿੱਤਾ ਸਿੰਧੀਆ ਦੇ। ਪਹਿਲਾਂ ਖਬਰ ਇਹ ਸੀ ਕਿ ਸ਼ਾਇਦ ਜੀ ਇਹਨਾਂ ਨੂੰ ਮਹਿਕਮੇ ਨਾ ਦਿੱਤੇ ਜਾਣ, ਇਹ ਟੀਮ ਸ਼ਿਵਰਾਜ ਬਣ ਕੇ ਕੰਮ ਕਰਨਗੇ। ਪਹਿਲਾਂ ਇਕੱਲੇ ਸ਼ਿਵਰਾਜ ਕਰਦੇ ਸੀ, ਹੁਣ ਟੀਮ ਸ਼ਿਵਰਾਜ ਬਣ ਕੇ ਕੰਮ ਕਰਨਗੇ। ਲੇਕਿਨ ਆ ਹੁਣੇ ਮੈਂ ਦੇਖ ਕੇ ਆਇਆ ਸੀ ਜਦੋਂ ਆਪਾਂ ਬੈਠੇ ਸਾਂ ਜੀ, ਖਬਰ ਆ ਗਈ ਹੈ ਕਹਿੰਦੇ ਜੀ ਮਹਿਕਮੇ ਤਕਸੀਮ ਕਰਤੇ। ਇੱਕ ਮਿਸਟਰ ਉਹਨਾਂ ਦੇ ਜਿਹੜੇ ਹਮਾਇਤੀ ਸੀ ਉਹਨਾਂ ਦੇ ਕੋਲੇ ਹੁੰਦਾ ਸੀ ਪਹਿਲਾਂ ਹੈਲਥ ਡਿਪਾਰਟਮੈਂਟ ਜੀ ਕਮਲਨਾਥ ਦੇ ਨਾਲ, ਪਰ ਐਤਕੀ ਹੈਲਥ ਡਿਪਾਰਟਮੈਂਟ ਉਹਨੂੰ ਨਹੀਂ ਦਿੱਤਾ, ਉਹ ਸ਼ਿਵਰਾਜ ਸਿੰਘ ਚੌਹਾਨ ਨੇ ਆਪਣੇ ਖਾਸ ਹੋਰ ਬੰਦੇ ਨੂੰ ਦਿੱਤਾ। ਉਹਨੂੰ ਕੀ ਦਿੱਤਾ ਜੀ? ਉਹਨੂੰ ਦਿੱਤਾ ਪਬਲਿਕ ਹੈਲਥ। ਦੂਜੇ ਦੀ ਹਜੇ ਤੱਕ ਮੈਨੂੰ ਪਤਾ ਨਹੀਂ ਲੱਗ ਸਕਿਆ ਵੀ ਦੂਜੇ ਨੂੰ ਕੀ ਦਿੱਤਾ, ਜਿਹੜੇ ਇਹਦੇ 2 ਬੰਦਿਆਂ ਚੋਂ ਗਏ। ਹੈਲਥ ਡਿਪਾਰਟਮੈਂਟ ਤੇ ਪਬਲਿਕ ਹੈਲਥ ਜੀ, ਮੇਰਾ ਖਿਆਲ ਹੈ ਤੁਸੀਂ ਵੀ ਸਮਝਦੇ ਫਰਕ ਬੜਾ ਹੈ, ਬਹੁਤ ਫਰਕ। ਅੱਜ ਜਦੋਂ ਕਰੋਨਾ ਵਰਗਾ ਇੱਕ ਭਿਆਨਕ ਰੋਗ ਹੈ, ਇੱਕ ਸਮਝ ਲਓ ਵੀ ਵੱਡੀ ਅਲਾਮਤ ਆਈ ਵੀ ਹੈ, ਇਸ ਅਲਾਮਤ ਦੇ ਵਿੱਚ ਸਿਹਤ ਮੰਤਰੀ ਦੀ ਰਿਸਪੌਂਸਿਬਿਲਿਟੀ ਬਹੁਤ ਵੱਡੀ ਹੁੰਦੀ ਹੈ। ਜੇ ਉਹਦੇ 'ਚ ਕਰੋਨਾ ਦੇ ਉੱਤੇ ਆਪਣਾ ਕਾਬੂ ਪੈਂਦਾ ਹੈ ਜੀ ਤਾਂ ਕ੍ਰੈਡਿਟ ਸਾਰੀ ਸਰਕਾਰ ਦੇ ਨਾਲ ਨਾਲ ਸਿਹਤ ਮੰਤਰੀ ਨੂੰ ਵੀ ਜਾਣਾ ਕਿ ਪੋਰਟਫੋਲੀਓ ਉਹਦਾ ਸੀ। ਲੇਕਿਨ ਸਿਹਤ ਮੰਤਰੀ ਦਾ ਉਹਨੂੰ ਰੁਤਬਾ ਨਾ ਦੇਣਾ ਜੀ ਇਹ ਦੱਸਦਾ ਹੈ ਕਿ ਗੱਲ ਠੀਕ ਨਹੀਂ। ਸਾਰਾ ਕੁਝ ਜਿਵੇਂ ਆ ਦਿੰਦੇ ਨਾ ਵੀ, ਜਿਵੇਂ ਕਹਿੰਦੇ ਹੁੰਦੇ ਵੀ ਪਾਰਟੀ ਸਭ ਕੁਝ ਠੀਕ ਠਾਕ ਹੈ, ਜਦੋਂ ਕਹਿੰਦੇ ਨੇ ਸਭ ਕੁਝ ਠੀਕ ਠਾਕ ਆ ਪਾਰਟੀ 'ਚ ਪੂਰੀ ਏਕਤਾ ਇਹਦਾ ਸਮਝੋ ਉਦੋਂ ਬਈ ਖਖੜੀਆਂ ਕਰੇਲੇ ਖਿੱਲਰ ਗਈਆਂ। ਸੋ ਜ਼ਿਮਨੀ ਚੋਣਾਂ ਤੋਂ ਪਹਿਲਾਂ ਜਿਹੜੇ ਇਹ ਸ਼ਗਨ ਹੈ, ਇਹ ਸ਼ਗਨ ਕਲੱਲੇ ਹੈ ਤੇ ਮੇਰੇ ਖਿਆਲ ਮੁਤਾਬਕ ਹੈ ਵੀ ਇਹ ਕੋਈ ਅਤਕਥਨੀ ਨਹੀਂ ਹੋਊਗੀ ਜੇ ਕੱਲ ਨੂੰ ਜਿਹੜੀਆਂ ਇਹ ਬੇਚੈਨੀ ਅੰਦਰ ਦੀ ਇਸ ਬੇਚੈਨੀ ਨੂੰ ਇਸਤੇਮਾਲ ਕਰ ਜਾਣ ਕਮਲਨਾਥ ਤੇ ਦਿਗਵਿਜੇ ਸਿੰਘ ਦੀ ਜੋੜੀ, ਤੇ ਕਿਤੇ ਇਹ ਨਾ ਹੋਵੇ ਕਿ ਜਿਵੇਂ ਸਰਕਾਰ ਉਹਨਾਂ ਦੀ ਬਣੀ ਸੀ, ਉਹਨਾਂ ਦੀ ਤਾਂ ਸਾਲ ਕੱਟ ਗਈ ਸੀ ਤੇ ਇਹ ਮਹੀਨਿਆਂ ਬਾਅਦ ਹੀ ਸਰਕਾਰ ਹੈ ਜਿਹੜੀ ਵੀ ਆਓ ਗਈ ਉਹ ਨਾ ਹੋ ਜੇ, ਇਹ ਲੱਗਦਾ ਹੈ ਜੀ। ਸੋ ਕੱਲ ਨੂੰ ਚਰਚਾ ਕਰਾਂਗੇ। ਫਿਰ ਕਹਿੰਦੇ ਟਵਿੱਟਰ ਪੰਜਾਬ 'ਚ ਵੀ ਕੰਮ ਸ਼ੁਰੂ ਹੋ ਗਿਆ ਜੀ। ਬਿਲਕੁਲ ਕੱਲ ਕਰਾਂਗੇ। ਸੋ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਸੀਂ ਇਸ ਵਕਤ ਰੇਡੀਓ ਪੰਜਾਬ ਟੂਡੇ ਦੇ ਬਠਿੰਡਾ ਸਟੂਡੀਓ ਦੇ ਨਾਲ ਜੁੜੇ। ਫਿਲਹਾਲ ਇੱਕ ਬ੍ਰੇਕ ਤੋਂ ਬਾਅਦ ਫਿਰ ਜੀ ਨਵੀਂ DD15 ਚਲਾਉਂਦੇ ਜਾਂ ਬੇਕਾਰ ਮੈਕਸ ਫੋਰਸ ਕਮਿੰਸ ISX ਵੋਲਵੋ ਮਰਸੀਡੀਜ਼ ਸਪ੍ਰਿੰਟਰ ਜਿਹੀ ਮੋਟਰ ਹੋਵੇ, ਤੇਲ ਹੋਰ ओरिजिनल ਫਿਲਟਰ ਤਾਂ ਚੇਂਜ ਕਰਾਉਣਾ ਹੀ ਆ ਜਾਓ ਫਿਰ ਕੁਇਕ ਟਰੱਕ ਲਿਊਬ ਟਰੱਕ ਸਰਵਿਸਿੰਗ। ਵਾਹ ਭਾਈ ਵਾਹ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ ਯੂਜ਼ ਕਰੋ। 2 ਲੋਕੇਸ਼ਨਸ ਤੁਸੀਂ ਜਾਣਦੇ ਹੀ ਹੋ, ਐਗਜ਼ਿਟ 268 ਔਨ ਹਾਈਵੇ 401 ਔਰ ਐਗਜ਼ਿਟ 5 ਔਨ QE
QEW क्विक ट्रक ल्यूब खुश होके बरतोगे मान लो 519-622-0660 519622-0660 QTL because we care. ਓਏ ਮੇਰੇ ਵੀਰ ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ ਇਹਦਾ ਰਾਜ਼ ਕੀ ਹੈ ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ ਐਗਜ਼ਿਟ 208 ਤੇ, ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360 652 6066 ਯਾਨੀ 3606526066। ਇਹ ਦੋ ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕਿੰਡ ਲੋਕੇਸ਼ਨ ਲੌਸਟ ਹਿਲ ਟਰੈਵਲ ਸੈਂਟਰ 14814 ਐਲੋਮ ਸਟਰੀਟ ਲੌਸਟ ਹਿਲਸ। ਫੋਨ ਨੰਬਰ 661 797 2354। ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਨੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਆਹੋ ਜੀ ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਕੁਇਕ ਟਰੱਕ ਲਿਊਬ, the one stop shop। 5196220660 ਜਾਂ quicktruckliube.com। QTL because we care। ਬੇਕਰਸਫੀਲਡ ਵਿਖੇ ਯੂਨੀਅਨ ਅਤੇ ਪਲਾਨਸ ਰੋਡ ਦੇ ਕਾਰਨਰ ਤੇ ਖੁੱਲ ਗਿਆ ਹੈ ਨਵਾਂ ਟਰੱਕ ਸਟਾਪ ਯੂਨੀਅਨ ਵਿਲੇਜ, ਜਿੱਥੇ ਮਿਲਦਾ ਹੈ ਵਧੀਆ ਗੈਸ ਅਤੇ ਬਿਨਾ ਬਾਇਓਡੀਜ਼ਲ ਦੇ ਵਧੀਆ ਤੇ ਸਸਤਾ ਡੀਜ਼ਲ। ਹਰ ਤਰ੍ਹਾਂ ਦੀ ਗਰੋਸਰੀ, ਚਾਈਨੀਜ਼ ਅਤੇ ਇੰਡੀਅਨ ਰੈਸਟੋਰੈਂਟ, ਜਿੱਥੇ ਮਿਲੇਗਾ ਵਧੀਆ ਖਾਣਾ। ਦੋ ਪਰੌਂਠੇ ਸਿਰਫ 499 ਚ। ਟਰੱਕ ਡਰਾਈਵਰ ਵੀਰਾਂ ਲਈ ਟੂ ਗੋ ਅਤੇ ਬੈਠ ਕੇ ਖਾਣ ਲਈ ਵਧੀਆ ਜਗ੍ਹਾ। ਨਵੇਂ ਅਤੇ ਪੁਰਾਣੇ ਟਾਇਰਾਂ ਲਈ ਅਤੇ ਟਰੱਕਾਂ ਦੀ ਮਾਈਨਰ ਰਿਪੇਅਰ ਲਈ ਅੱਜ ਹੀ ਕਾਲ ਕਰੋ ਸੁਖੀ ਘੁੰਮਣ 661-885 8858 661 885 8858। ਐਡਰੈਸ 2201 ਸਾਊਥ ਯੂਨੀਅਨ ਐਵੇਨਿਊ, ਬੇਕਰਸਫੀਲਡ, ਕੈਲੀਫੋਰਨੀਆ 93307। ਯੂਨੀਅਨ ਵਿਲੇਜ।